मैं ये कहूँगा कि बहुजन समाज पार्टी ने एक बहुत वड्डा झटका कांग्रेस नूं, बीजेपी नूं ते आम आदमी पार्टी नूं दे देना है। वो क्यों? ਇਹਦਾ मतलब 50% सरकार करप्ट है। साडे सीएम साहब मुताबिक अली बाबा 40 चोर। ਜਦੋਂ ਪ੍ਰਤਾਪ ਬਾਜਵਾ ਤੋਂ ਲੈ ਕੇ ਕੈਪਟਨ ਅਮਰਿੰਦਰ ਨੂੰ ਦਿੱਤੀ ਗਈ ਪ੍ਰਧਾਨਗੀ ਤੇ ਹੁਣ ਸੁਨੀਲ ਜਾਖੜ ਤੋਂ ਲੈ ਕੇ ਪ੍ਰਤਾਪ ਬਾਜਵਾ ਨੂੰ ਵੀ ਦਿੱਤੀ ਜਾ ਸਕਦੀ। आज तक की स्थिति में हम 117 सीटों में चुनाव लड़ेंगे, पूरी सीटों पे चुनाव लड़ेंगे और भारतीय जनता पार्टी की सरकार बनाएंगे। ਕੀ ਇਹ ਪ੍ਰਧਾਨਗੀ ਨਵਜੋਤ ਸਿੰਘ ਸਿੱਧੂ ਕੋਲੇ ਜਾਂਦੀ ਹੈ? ਸਭ ਤੋਂ ਵੱਡਾ ਦਾਅਵੇਦਾਰ ਇਸ ਵਕਤ ਪੰਜਾਬ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ 'ਚ ਪ੍ਰਧਾਨਗੀ ਦਾ ਨਵਜੋਤ ਸਿੰਘ ਸਿੱਧੂ ਹੈ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕਪੜ ਛਾਣ ਦਾ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅੱਜ ਖਾਸ ਤੌਰ ਤੇ ਉੱਤੇ ਚਰਚਾ ਰੱਖਾਂਗੇ ਸੁਨੀਲ ਜਾਖੜ ਦੇ ਵੱਲੋਂ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਗਈ ਹੈ। ਇਹ ਅਸਤੀਫਾ ਜੇ ਕਰ ਦਿੱਤਾ ਜਾਂਦਾ ਹੈ ਤਾਂ ਇਸ ਦਾ ਫਾਇਦਾ ਕਿਸ ਨੂੰ ਹੁੰਦਾ? ਕਿ ਨਵਜੋਤ ਸਿੰਘ ਸਿੱਧੂ ਨੂੰ ਫਾਇਦਾ ਹੁੰਦਾ ਜਾਂ ਫਿਰ ਕੈਪਟਨ ਖੇਮੇ ਦੇ ਵਿੱਚੋਂ ਕਿਸੇ ਨੂੰ ਇਸ ਦਾ ਫਾਇਦਾ ਮਿਲਣ ਜਾ ਰਿਹਾ? ਇਸ ਦੇ ਉੱਤੇ ਗੱਲਬਾਤ ਰੱਖਾਂਗੇ। ਉਧਰ ਕਿਸਾਨਾਂ ਦੇ ਮਸਲੇ ਦਾ ਹੱਲ ਕਰਨ ਦੇ ਲਈ ਹੁਣ ਪੰਜਾਬ ਭਾਜਪਾ ਦੇ ਵੱਲੋਂ ਇੱਕ ਵੱਡੀ ਰਣਨੀਤੀ ਤਿਆਰ ਕੀਤੀ ਗਈ ਹੈ। ਉਸ ਰਣਨੀਤੀ ਦੇ ਉੱਤੇ ਵੀ ਗੱਲਬਾਤ ਕਰਾਂਗੇ ਤੇ ਉਧਰ ਖਾਸ ਤੌਰ ਦੇ ਉੱਤੇ ਚਰਚਾ ਰਹੇਗੀ ਅੱਜ ਦੇ ਦਿਨ ਦੇ ਵਿੱਚ ਅਕਾਲੀ ਦਲ ਵੱਡਾ ਫਿਰ ਬਦਲ ਕਰਨ ਜਾ ਰਿਹਾ। ਅਕਾਲੀ ਦਲ ਤੇ ਬੀਐਸਪੀ ਇਕੱਠੇ ਹੋਣ ਜਾ ਰਹੇ ਨੇ ਲੰਮੇ ਸਮੇਂ ਤੋਂ ਬਾਅਦ। ਇਹ ਅਜਿਹਾ ਗੜਸ਼ੁਰ ਪੰਜਾਬ ਦੇ ਵਿੱਚ ਵੇਖਣ ਨੂੰ ਮਿਲੇਗਾ। ਡੱਲਾ ਜੀ ਸਵਾਗਤ ਹੈ। ਸਭ ਤੋਂ ਪਹਿਲਾਂ ਤਾਂ ਬਹੁਤ ਧੰਨਵਾਦ ਗਗਨ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਜੋ ਸੁਨੀਲ ਜਾਖੜ ਦੇ ਵੱਲੋਂ ਪੇਸ਼ਕਸ਼ ਕੀਤੀ ਗਈ ਹੈ ਅਸਤੀਫੇ ਦੀ, ਪਹਿਲਾਂ ਵੀ ਇਹ ਪੇਸ਼ਕਸ਼ ਹੋ ਚੁੱਕੀ ਹੈ। ਕਹਿੰਦੇ ਲਿਖਤੀ ਰੂਪ ਦੇ ਵਿੱਚ ਅਸਤੀਫਾ ਵੀ ਦੇਤਾ ਸੀ, ਪਰ ਹੁਣ ਜੇਕਰ ਅਸਤੀਫਾ ਦਿੱਤਾ ਜਾਂਦਾ ਹੈ ਤਾਂ ਇਹਦਾ ਫਾਇਦਾ ਕਿਹਨੂੰ ਮਿਲਣ ਜਾ ਰਿਹਾ? ਦੇਖੋ, ਇਹ ਗੱਲ ਬਹੁਤ ਵੱਡੀ ਹੈ। ਕੱਲ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਖਿਲਾਫ ਪ੍ਰੋਟੈਸਟ ਸੀ ਔਰ ਸੂਬੇ ਦੇ ਭਰ ਦੇ ਵਿੱਚ ਇਹ ਪ੍ਰੋਟੈਸਟ ਹੋਏ ਨੇ ਔਰ ਇੱਕ ਜਗ੍ਹਾ ਸੁਨੀਲ ਜਾਖੜ ਵੀ ਇਸ ਪ੍ਰੋਟੈਸਟ ਦੀ ਅਗਵਾਈ ਕਰ ਰਹੇ ਸੀ ਔਰ ਸੁਨੀਲ ਜਾਖੜ ਨੇ ਉਸ ਵੇਲੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਕਹਿ ਦਿੱਤਾ ਕਿ ਅਗਰ ਮੇਰੇ ਅਸਤੀਫੇ ਦੇਣ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮਜ਼ਬੂਤ ਹੁੰਦੀ ਹੈ, ਪੰਜਾਬ 'ਚ ਕਾਂਗਰਸ ਮਜ਼ਬੂਤ ਹੁੰਦੀ ਹੈ ਤੇ ਮੈਂ ਆਪਣਾ ਅਸਤੀਫਾ ਦੇਣ ਨੂੰ ਤਿਆਰ ਹਾਂ। ਦੇਖੋ, ਸੁਨੀਲ ਜਾਖੜ ਦਾ ਅੱਜ ਦੇ ਸਮੇਂ ਦੇ ਵਿੱਚ ਇਹ ਕਹਿਣਾ ਕਿ ਮੈਂ ਆਪਣਾ ਅਸਤੀਫਾ ਦੇਣ ਨੂੰ ਤਿਆਰ ਹਾਂ, ਜਦ ਕਿ ਇਸ ਤੋਂ ਪਹਿਲਾਂ ਵੀ ਇਹ ਗੱਲਾਂ ਆਈਆਂ ਕਿ ਕੈਬਨਿਟ ਦੀ ਬੈਠਕ ਸੀ ਜਦੋਂ ਸੁਨੀਲ ਜਾਖੜ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ ਔਰ ਜਦੋਂ ਲੋਕ ਸਭਾ ਚੋਣਾਂ 'ਚ ਪੰਜਾਬ ਦੀ ਹਾਰ ਹੋਈ ਸੀ ਉਦੋਂ ਵੀ ਸੁਨੀਲ ਜਾਖੜ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ। ਉਦੋਂ ਵੀ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੇ ਮਨਾ ਲਿਆ ਸੀ ਸੁਨੀਲ ਜਾਖੜ ਨੂੰ ਵੀ ਤੁਹਾਨੂੰ ਅਸਤੀਫਾ ਦੇਣ ਦੀ ਲੋੜ ਨਹੀਂ ਹੈ। ਤੇ ਹੁਣ ਵੀ ਕੈਬਨਿਟ ਦੇ ਵਿੱਚ ਵੀ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੇ ਸੁਨੀਲ ਜਾਖੜ ਦਾ ਅਸਤੀਫਾ ਫਾੜ ਕੇ ਸੁੱਟਤਾ ਸੀ। ਕਹਿੰਦੇ ਹੁਣ ਪਤਾ ਨਹੀਂ ਫਾੜ ਕੇ ਸੁੱਟਿਆ ਜਾਂ ਮੂੰਹ ਜ਼ਬਾਨੀ ਉਹਨਾਂ ਨੂੰ ਕਹਿਤਾ ਸੀ ਵੀ ਤੁਹਾਨੂੰ ਅਸਤੀਫਾ ਦੇਣ ਦੀ ਲੋੜ ਨਹੀਂ। ਹੁਣ ਕਮੇਟੀ ਨੇ ਜਿਹੜੀਆਂ ਸਿਫਾਰਿਸ਼ਾਂ ਦਿੱਤੀਆਂ ਨੇ ਗਗਨ, 3 ਮੈਂਬਰੀ ਕਮੇਟੀ ਨੇ, 3 ਮੈਂਬਰੀ ਕਮੇਟੀ ਦੀਆਂ ਸਿਫਾਰਿਸ਼ਾਂ ਤੋਂ ਬਾਅਦ ਕੈਪਟਨ ਅਮਰਿੰਦਰ ਖੇਮੇ ਤੇ ਇੱਕ ਦਬਾਅ ਹੈ ਔਰ ਸੁਨੀਲ ਜਾਖੜ ਦੇ ਉੱਪਰ ਵੀ ਇੱਕ ਦਬਾਅ ਹੈ। ਸੁਨੀਲ ਜਾਖੜ ਉੱਪਰ ਦਬਾਅ ਇਸ ਗੱਲ ਦਾ ਹੈ ਕਿ ਕਮੇਟੀ ਨੇ ਕਹਿ ਦਿੱਤਾ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਵਿਧਾਇਕ ਔਰ ਮੰਤਰੀ ਆਏ ਜਿਨ੍ਹਾਂ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪੁਨਰਗਠਨ ਹੋਣਾ ਚਾਹੀਦਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਉਸ ਪੱਧਰ ਤੇ ਸਰਕਾਰ 'ਚ ਦਖਲ ਨਹੀਂ ਦੇ ਸਕਿਆ ਜਿਸ ਪੱਧਰ ਤੇ ਦੇਣਾ ਚਾਹੀਦਾ ਸੀ ਔਰ ਇਹ ਗੱਲ ਤਾਂ ਕਿਸੇ ਤੋਂ ਲੁਕੀ ਨਹੀਂ। ਮੈਂ ਅਖਬਾਰਾਂ 'ਚ ਪੜ੍ਹੀ ਹੈ ਕਿ ਸੁਨੀਲ ਜਾਖੜ ਦਾ ਮੋਬਾਈਲ ਰਖਵਾ ਲਿਆ ਸੀ ਜਦੋਂ ਮੁੱਖ ਮੰਤਰੀ ਦੇ ਘਰ ਜਾ ਰਹੇ ਸੀ ਔਰ ਉਹ ਘਟਨਾ ਭਾਵੇਂ ਬਹੁਤ ਛੋਟੀ ਸੀ, ਭਾਵੇਂ ਉਹ ਘਟਨਾ ਦਾ ਸੰਬੰਧ ਕੋਈ ਸੁਰੱਖਿਆ ਦੇ ਨਾਲ ਹੋਵੇ, ਪਰ ਸਵਾਲ ਇਹ ਵੱਡਾ ਹੈ ਕਿ ਇੱਕ ਕਾਂਗਰਸ ਪਾਰਟੀ ਦਾ ਸੂਬਾ ਪ੍ਰਧਾਨ ਜਿਸ ਨੇ ਉਸ ਸੂਬੇ 'ਚ ਸਰਕਾਰ ਬਣਾਉਣ 'ਚ ਆਪਣਾ ਵੀ ਯੋਗਦਾਨ ਪਾਇਆ, ਉਹਦੇ ਤੋਂ ਕਿਸੇ ਮੁੱਖ ਮੰਤਰੀ ਨੂੰ ਕੀ ਖਤਰਾ ਹੋ ਸਕਦਾ ਹੈ ਤੇ ਸਿਕਿਉਰਿਟੀ ਨੇ ਉਹਦਾ ਮੋਬਾਈਲ ਕਿਉਂ ਰਖਵਾਇਆ? ਇਹ ਉਸੇ ਦਿਨ ਤੋਂ ਗੱਲ ਵਿਗੜ ਗਈ ਸੀ ਔਰ ਉਸ ਦਿਨ ਤੋਂ ਬਾਅਦ ਸੁਨੀਲ ਜਾਖੜ ਦਾ ਸਿਆਸੀ ਕੱਦ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ 'ਚ ਘਟ ਗਿਆ ਔਰ ਸ਼ਾਇਦ ਇਹੀ ਕਾਰਨ ਰਿਹਾ ਅਫਸਰਸ਼ਾਹੀ 'ਚ ਵੀ ਸੁਨੀਲ ਜਾਖੜ ਦਾ ਸਿਆਸੀ ਕੱਦ ਘਟਿਆ ਹੋਣਾ। ਕਿਸੇ ਸੂਬੇ ਦੇ ਪ੍ਰਧਾਨ ਦਾ ਮੋਬਾਈਲ ਰਖਾ ਲੈਣਾ ਗਗਨ ਮੁੱਖ ਮੰਤਰੀ ਦਫ਼ਤਰ 'ਚ ਜਾਂ ਮੁੱਖ ਮੰਤਰੀ ਦੇ ਘਰ ਜਾਂਦੇ ਹੋਏ, ਇਹ ਬਹੁਤ ਵੱਡੀ ਘਟਨਾ ਹੁੰਦੀ ਹੈ। ਇਹ ਅਖਬਾਰਾਂ 'ਚ ਖਬਰ ਛਪੀ ਸੀ। ਸੁਨੀਲ ਜਾਖੜ ਹੋਣਾ ਨੇ ਹਜੇ ਤੱਕ ਇਹਦੇ ਤੇ ਮੈਨੂੰ ਲੱਗਦਾ ਕੋਈ ਨਵੀਂ ਗੱਲ ਨਹੀਂ ਕਹੀ। ਹੁਣ ਸਵਾਲ ਇਹ ਹੈ ਕਿ ਅਗਰ ਸੁਨੀਲ ਜਾਖੜ ਦੀ ਗੱਲ ਨਹੀਂ ਸਰਕਾਰ 'ਚ ਸੁਣੀ ਜਾ ਰਹੀ ਸੀ, ਉਹਦਾ ਨੁਕਸਾਨ ਪੰਜਾਬ 'ਚ ਕਾਂਗਰਸ ਪਾਰਟੀ ਨੂੰ ਵੀ ਹੋਇਆ, ਵਰਕਰਾਂ ਨੂੰ ਵੀ ਹੋਇਆ ਔਰ ਹੁਣ ਜਦੋਂ 3 ਮੈਂਬਰੀ ਕਮੇਟੀ ਨੇ ਸਿਫਾਰਿਸ਼ ਦਿੱਤੀ ਕਿ ਸਾਨੂੰ ਸੂਬੇ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਨਵੇਂ ਸਿਰਿਓਂ ਬਣਾਉਣਾ ਪੈਣਾ ਹੈ ਤੇ ਉਹਦੀ ਜ਼ਿੰਮੇਵਾਰੀ ਕਿਤੇ ਨਾ ਕਿਤੇ ਅਸਿੱਧੇ ਤੌਰ ਤੇ ਸੁਨੀਲ ਜਾਖੜ ਵੱਲ ਨੂੰ ਆ ਜਾਂਦੀ ਹੈ ਕਿ ਸਾਨੂੰ ਸੁਨੀਲ ਜਾਖੜ ਦਾ ਬਦਲ ਲੱਭਣਾ ਪੈਣਾ ਹੈ ਔਰ ਸੁਨੀਲ ਜਾਖੜ ਨੂੰ ਮੈਨੂੰ ਤਾਂ ਇਹ ਲੱਗਦਾ ਹੈ ਕਿ ਸੰਕੇਤਾਂ 'ਚ ਪਾਰਟੀ ਦੀ ਹਾਈ ਕਮਾਂਡ ਨੇ ਕਹਿ ਵੀ ਦਿੱਤਾ ਹੋਣਾ ਹੁਣ ਤੱਕ ਕਿ ਜਾਖੜ ਸਾਹਿਬ ਅਸੀਂ ਤੁਹਾਡੀ ਭੂਮਿਕਾ ਬਦਲਣ ਜਾ ਰਹੇ ਹਾਂ
ਤੇ ਸ਼ਾਇਦ ਸੁਨੀਲ ਜਾਖੜ ਨੂੰ ਇਹ ਸੁਨੇਹਾ ਮਿਲ ਚੁੱਕਿਆ ਜਿਹੜਾ ਸੁਨੀਲ ਜਾਖੜ ਨੇ ਇਹ ਫੈਸਲਾ ਕੀਤਾ ਕਿ ਪਾਰਟੀ ਜਦੋਂ ਮਰਜ਼ੀ ਚਾਹੇ ਮੈਂ ਅਸਤੀਫਾ ਦੇਣ ਨੂੰ ਤਿਆਰ ਹਾਂ ਤੇ ਨਵਾਂ ਪ੍ਰਧਾਨ ਹੈ ਪੰਜਾਬ 'ਚ ਲਾ ਸਕਦੀ ਹੈ। ਇਹਦੇ ਨਾਲ ਕੈਪਟਨ ਖੇਮੇ ਨੂੰ ਵੀ ਇੱਕ ਝਟਕਾ ਹੋਏਗਾ ਅਗਰ ਸੁਨੀਲ ਜਾਖੜ ਅਸਤੀਫਾ ਦਿੰਦੇ ਨੇ, ਜਦਕਿ ਇਹ ਬਹੁਤ ਵੱਡੀਆਂ ਸੰਭਾਵਨਾਵਾਂ ਨੇ ਕਿ ਆਉਂਦੇ ਦਿਨਾਂ 'ਚ ਸੁਨੀਲ ਜਾਖੜ ਦੀ ਪ੍ਰਧਾਨਗੀ ਕਿਸੇ ਨਵੇਂ ਵਿਅਕਤੀ ਨੂੰ ਦਿੱਤੀ ਜਾਣੀ ਹੈ। ਹੁਣ ਕੀ ਉਹ ਨਵਜੋਤ ਸਿੰਘ ਸਿੱਧੂ ਕੋਲੇ ਜਾਂਦੀ ਹੈ, ਕੀ ਉਹ ਮੁੜ ਕੇ ਪ੍ਰਤਾਪ ਸਿੰਘ ਬਾਜਵਾ ਕੋਲੇ ਜਾਂਦੀ ਹੈ, ਕੀ ਉਹ ਮੁੜ ਕੇ ਕੈਪਟਨ ਅਮਰਿੰਦਰ ਦੇ ਖੇਮੇ ਕੋਲੇ ਜਾਂਦੀ ਹੈ। ਗਗਨ, ਇੱਥੇ 3 ਪੁਆਇੰਟ ਨੇ ਜਿਨ੍ਹਾਂ ਤੇ ਮੈਂ ਗੱਲ ਕਰੂੰਗਾ। ਸਭ ਤੋਂ ਪਹਿਲਾ ਪੁਆਇੰਟ ਹੈ ਕਿ ਇਹ ਪ੍ਰਧਾਨਗੀ ਨਵਜੋਤ ਸਿੰਘ ਸਿੱਧੂ ਕੋਲੇ ਜਾਂਦੀ ਹੈ। ਸਭ ਤੋਂ ਵੱਡਾ ਦਾਅਵੇਦਾਰ ਇਸ ਵਕਤ ਪੰਜਾਬ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ 'ਚ ਪ੍ਰਧਾਨਗੀ ਦਾ ਨਵਜੋਤ ਸਿੰਘ ਸਿੱਧੂ ਹੈ, ਕਿਉਂਕਿ ਕੈਪਟਨ ਅਮਰਿੰਦਰ ਦੇ ਮਾਤਹੱਥ ਸਿੱਧੂ ਕੰਮ ਨਹੀਂ ਕਰ ਸਕਦਾ। ਦੋਨਾਂ ਦੇ ਵਿੱਚ ਸਿਧਾਂਤਕ ਫਰਕ ਹੈ। ਕੈਪਟਨ ਅਮਰਿੰਦਰ ਦੀ ਸ਼ੈਲੀ ਹੋਰ ਹੈ, ਸਿੱਧੂ ਦੀ ਸ਼ੈਲੀ ਹੋਰ ਹੈ ਕੰਮ ਕਰਨ ਦੀ। ਹੁਣ ਨਵਜੋਤ ਸਿੰਘ ਸਿੱਧੂ ਅਗਰ ਪ੍ਰਧਾਨ ਬਣਦਾ ਹੈ ਕਾਂਗਰਸ ਦਾ ਤੇ ਉਹ ਸੰਗਠਨ ਆਪਣੀ ਮਰਜ਼ੀ ਨਾਲ ਬਣਾ ਸਕਦਾ ਹੈ। ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਨਾਲ ਇਹ ਗੱਲ ਲਗਭਗ ਸਾਫ਼ ਹੋ ਜਾਏਗੀ ਕਿ 2022 'ਚ ਅਗਰ ਸਿੱਧੂ ਦੀ ਅਗਵਾਈ 'ਚ ਕਾਂਗਰਸ ਜਿੱਤਦੀ ਹੈ ਤਾਂ ਨਵਜੋਤ ਸਿੰਘ ਸਿੱਧੂ ਇੱਕ ਵੱਡਾ ਦਾਅਵੇਦਾਰ ਮੁੱਖ ਮੰਤਰੀ ਦਾ ਹੋਏਗਾ। ਔਰ ਅਗਰ ਰਾਹੁਲ ਗਾਂਧੀ ਆਉਂਦੇ ਦਿਨਾਂ ਦੇ ਵਿੱਚ ਪ੍ਰਧਾਨ ਬਣ ਜਾਂਦੇ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ, ਤੇ ਸਿੱਧੂ ਨੂੰ ਅਗਰ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਜਾਂਦੇ ਨੇ ਔਰ ਚੰਗਾ ਕੰਮ ਕਰਦੇ ਨੇ ਔਰ ਇੱਕ ਲਹਿਰ ਕਾਂਗਰਸ 'ਚ ਪੰਜਾਬ ਦੀ ਬਣਦੀ ਹੈ, ਤੇ ਕੋਈ ਸ਼ੱਕ ਨਹੀਂ ਕਿ ਫਿਰ ਸਿੱਧੂ ਨੂੰ ਹੀ ਪੰਜਾਬ 'ਚ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਏਗਾ। ਇਹ ਇੱਕ ਸੰਭਾਵਨਾ ਹੈ। ਦੂਸਰੀ ਸੰਭਾਵਨਾ, ਪ੍ਰਤਾਪ ਸਿੰਘ ਬਾਜਵਾ। ਪਿਛਲੀ ਵਾਰੀ ਪ੍ਰਤਾਪ ਸਿੰਘ ਬਾਜਵਾ ਤੋਂ ਪ੍ਰਧਾਨਗੀ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਗਈ ਸੀ ਔਰ ਉਸ ਤੋਂ ਬਾਅਦ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਫਿਰ ਚੋਣਾਂ ਕਾਂਗਰਸ ਲੜੀ ਸੀ ਤੇ ਸੁਨੀਲ ਜਾਖੜ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਸੀ। ਹੁਣ ਜਦੋਂ ਪ੍ਰਤਾਪ ਬਾਜਵਾ ਤੋਂ ਲੈ ਕੇ ਕੈਪਟਨ ਅਮਰਿੰਦਰ ਨੂੰ ਦਿੱਤੀ ਗਈ ਪ੍ਰਧਾਨਗੀ, ਤੇ ਹੁਣ ਸੁਨੀਲ ਜਾਖੜ ਤੋਂ ਲੈ ਕੇ ਪ੍ਰਤਾਪ ਬਾਜਵਾ ਨੂੰ ਵੀ ਦਿੱਤੀ ਜਾ ਸਕਦੀ ਹੈ। ਔਰ ਮੈਨੂੰ ਇਹ ਲੱਗਦਾ ਗਗਨ ਕਿ ਪ੍ਰਤਾਪ ਬਾਜਵਾ ਨੂੰ ਪ੍ਰਧਾਨਗੀ ਦਿੱਤੀ ਜਾ ਸਕਦੀ ਹੈ ਕਿਉਂਕਿ ਜਿਹੜੀ ਕਮੇਟੀ ਹੈ ਉਹਨੇ ਸਿਫਾਰਿਸ਼ ਕੀਤੀ ਹੈ। ਕਮੇਟੀ ਨੇ ਸਿਫਾਰਿਸ਼ ਕੀਤੀ ਹੈ ਕਿ ਅਸੀਂ ਪ੍ਰਧਾਨ ਪੀਪੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪੁਨਰਗਠਨ ਕਰੋ ਔਰ ਦੂਸਰਾ ਪੁਰਾਣੇ ਕਾਂਗਰਸੀਆਂ ਨੂੰ, ਪੁਰਾਣੇ ਜ਼ਿੰਮੇਦਾਰ ਲੀਡਰਾਂ ਨੂੰ ਸੰਗਠਨ 'ਚ ਥਾਂ ਦਿਓ। ਹੁਣ ਅਗਰ ਸੰਗਠਨ 'ਚ ਥਾਂ ਦਿੱਤੀ ਜਾਣੀ ਚਾਹੀਦੀ ਹੈ ਤਾਂ ਸ਼ਮਸ਼ੇਰ ਸਿੰਘ ਦੁੱਲੋਂ ਹੈ ਤੇ ਪ੍ਰਤਾਪ ਸਿੰਘ ਬਾਜਵਾ ਹੈ। ਤੇ ਮੈਨੂੰ ਲੱਗਦਾ ਹੈ ਪ੍ਰਤਾਪ ਸਿੰਘ ਬਾਜਵਾ ਰਾਜ ਸਭਾ ਦੇ ਮੈਂਬਰ ਨੇ ਔਰ ਉਹਨਾਂ ਦੀ ਉਮਰ ਇਸ ਵਕਤ ਕਾਫੀ ਜ਼ਿਆਦਾ ਘੱਟ ਹੈ ਸ਼ਮਸ਼ੇਰ ਸਿੰਘ ਦੁੱਲੋਂ ਦੇ ਮੁਕਾਬਲੇ। ਸੋ ਮੈਨੂੰ ਲੱਗਦਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਫਿਰ ਪੰਜਾਬ ਦੇ ਪ੍ਰਧਾਨ ਦੇ ਤੌਰ ਦੇ ਉੱਤੇ ਵੀ ਕਾਂਗਰਸ ਵਿਚਾਰ ਸਕਦੀ ਹੈ ਅਗਰ ਸਿੱਧੂ ਤੇ ਕੈਪਟਨ ਅਮਰਿੰਦਰ ਸਹਿਮਤੀ ਨਹੀਂ ਦਿੰਦੇ ਜਾਂ ਨਵਜੋਤ ਸਿੰਘ ਸਿੱਧੂ ਤੇ ਹਾਈ ਕਮਾਂਡ ਤੈਅ ਨਹੀਂ ਕਰਦੀ ਵੀ ਅਸੀਂ ਸਿੱਧੂ ਨੂੰ ਪ੍ਰਧਾਨ ਲਾਉਣਾ ਹੈ। ਤੀਸਰੀ ਸੂਰਤ, ਅਗਰ ਹਾਈ ਕਮਾਂਡ ਪ੍ਰਤਾਪ ਬਾਜਵਾ ਨੂੰ ਵੀ, ਕਿਉਂਕਿ ਕੈਪਟਨ ਅਮਰਿੰਦਰ ਵਿਰੋਧ ਕਰਨਗੇ, ਸਿੱਧੂ ਦਾ ਵੀ ਕੈਪਟਨ ਅਮਰਿੰਦਰ ਵਿਰੋਧ ਕਰਨਗੇ। ਹੁਣ ਅਗਰ ਕੈਪਟਨ ਅਮਰਿੰਦਰ ਤੋਂ ਹੀ ਫਿਰ ਹਾਈ ਕਮਾਂਡ ਪੁੱਛ ਲਏ ਕਿ ਠੀਕ ਹੈ ਤੁਸੀਂ ਆਪਣੀ ਮਰਜ਼ੀ ਦਾ ਪ੍ਰਧਾਨ ਦੱਸੋ ਅਸੀਂ ਕਿਹਨੂੰ ਲਾਈਏ, ਤੇ ਫਿਰ ਇੱਕ ਨਵਾਂ ਨਾਮ ਸੁਝਾ ਸਕਦਾ ਕੈਪਟਨ ਅਮਰਿੰਦਰ, ਉਹ ਹੈ ਮਨੀਸ਼ ਤਿਵਾੜੀ। ਕਿਉਂਕਿ ਕੈਪਟਨ ਅਮਰਿੰਦਰ ਦੀ ਵਕਾਲਤ ਇਹ ਹੈ, ਕੈਪਟਨ ਅਮਰਿੰਦਰ ਦਾਅਵਾ ਇਹ ਕਰਦੇ ਨੇ ਗਗਨ ਜੀ ਕਿ ਪੰਜਾਬ 'ਚ ਅਗਰ ਸਿੱਖ ਭਾਈਚਾਰੇ 'ਚੋਂ ਮੁੱਖ ਮੰਤਰੀ ਹੈ ਤੇ ਗੈਰ ਸਿੱਖ ਭਾਈਚਾਰੇ ਦਾ ਪ੍ਰਧਾਨ ਹੋਵੇ, ਫਿਰ ਉਸ ਸੂਰਤ ਦੇ ਵਿੱਚ ਉਹ ਮਨੀਸ਼ ਤਿਵਾੜੀ ਦਾ ਨਾਮ ਅੱਗੇ ਕਰ ਸਕਦੇ ਨੇ ਜਾਂ ਡਾਕਟਰ ਰਾਜਕੁਮਾਰ ਵੇਰਕਾ ਦਾ ਨਾਮ ਅੱਗੇ ਕਰ ਸਕਦੇ ਨੇ। ਮਨੀਸ਼ ਤਿਵਾੜੀ ਨੂੰ ਵੀ ਕਰੀਬੀ ਸਮਝਿਆ ਜਾਂਦਾ ਹੈ ਕੈਪਟਨ ਅਮਰਿੰਦਰ ਦਾ। ਉਹ ਇਸ ਵਕਤ ਮੈਂਬਰ ਵੀ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਦੇ ਔਰ ਮੰਨਿਆ ਜਾਂਦਾ ਹੈ ਮਨੀਸ਼ ਤਿਵਾੜੀ ਨੂੰ ਟਿਕਟ ਦਿਵਾਉਣ ਦੇ ਵਿੱਚ ਕੈਪਟਨ ਅਮਰਿੰਦਰ ਦੀ ਭੂਮਿਕਾ ਬਹੁਤ ਜ਼ਿਆਦਾ ਰਹੀ ਹੈ। ਔਰ ਇਹ ਵੀ ਮੰਨਿਆ ਜਾਂਦਾ ਹੈ ਕਿ ਅਗਰ ਮਨੀਸ਼ ਤਿਵਾੜੀ ਪ੍ਰਧਾਨ ਬਣ ਜਾਂਦੇ ਨੇ ਤੇ ਉਹਨਾਂ ਨੂੰ ਕੈਪਟਨ ਅਮਰਿੰਦਰ ਦੇ ਖੇਮੇ ਦਾ ਮੰਨਿਆ ਜਾਊਗਾ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਮਨੀਸ਼ ਤਿਵਾੜੀ ਗੁਲਾਮ ਨਬੀ ਆਜ਼ਾਦ ਵਾਲੇ ਗੁੱਟ ਦੇ ਵਿੱਚ ਕਾਫੀ ਜ਼ਿਆਦਾ ਸਰਗਰਮ ਰਹੇ ਸੀ, ਪਰ ਕੈਪਟਨ ਅਮਰਿੰਦਰ ਦੇ ਉਹਨਾਂ ਨੂੰ ਕਾਫੀ ਕਰੀਬੀ ਸਮਝਿਆ ਜਾਂਦਾ ਹੈ। ਅਗਰ ਹਾਈ ਕਮਾਂਡ ਮਨੀਸ਼ ਤਿਵਾੜੀ ਤੇ ਸਹਿਮਤ ਨਹੀਂ ਹੁੰਦੀ, ਫਿਰ ਰਾਜਕੁਮਾਰ ਵੇਰਕਾ ਨੂੰ ਕੈਪਟਨ ਅਮਰਿੰਦਰ ਸਿੰਘ ਅੱਗੇ ਕਰ ਸਕਦੇ ਨੇ ਕਿ ਉਹਦੇ ਨਾਲ ਇੱਕ ਗੈਰ ਸਿੱਖ ਚਿਹਰਾ ਵੀ ਹੈ, ਦਲਿਤ ਭਾਈਚਾਰੇ ਦੀ ਨੁਮਾਇੰਦਗੀ ਵੀ ਹੈ ਔਰ ਰਾਜਕੁਮਾਰ ਵੇਰਕਾ ਵੀ ਇੱਕ ਤੇਜ਼ ਤਰਾਰ ਲੀਡਰ ਨੇ। ਫਿਰ ਹਾਲ ਦੀ ਘੜੀ ਰਾਜਕੁਮਾਰ ਵੇਰਕਾ ਜਾਂ ਮਨੀਸ਼ ਤਿਵਾੜੀ ਦੇ ਵਿੱਚੋਂ ਇੱਕ ਪ੍ਰਧਾਨ ਕਾਂਗਰਸ ਨੂੰ ਮਿਲ ਸਕਦਾ ਹੈ। ਅਗਰ ਇਹ ਚਾਰੇ ਨਹੀਂ ਹੁੰਦੇ ਤੇ ਫਿਰ ਹਾਈ ਕਮਾਂਡ ਹੀ ਫੈਸਲਾ ਕਰੂਗੀ ਕਿ ਅਗਲਾ ਚਿਹਰਾ ਕਿਹੜਾ ਹੋ ਸਕਦਾ ਹੈ, ਕਿਉਂਕਿ ਫਿਰ ਉਹ ਕੋਈ ਬਹੁਤ ਵੱਡਾ ਹੈਰਾਨੀਜਨਕ ਜਾਂ ਸਰਪ੍ਰਾਈਜ਼ ਵਾਲਾ ਫੈਸਲਾ ਹੋਊਗਾ। ਪਰ ਦੇਖਣ ਵਾਲੀ ਗੱਲ ਹੁਣ ਇੱਥੇ ਇਹ ਰਹੇਗੀ ਕਿ ਫਿਰ 2022 ਦਾ ਚਿਹਰਾ ਕੌਣ ਬਣੂਗਾ। ਅਗਰ ਨਵਜੋਤ ਸਿੰਘ ਸਿੱਧੂ ਪ੍ਰਧਾਨ ਨਹੀਂ ਬਣਦਾ ਤੇ ਫਿਰ ਨਵਜੋਤ ਸਿੰਘ ਸਿੱਧੂ ਨਾ ਤਾਂ ਕੈਂਪੇਨ ਕਮੇਟੀ 'ਚ ਆਉਂਦਾ ਹੈ, ਫਿਰ ਨਵਜੋਤ ਸਿੰਘ ਸਿੱਧੂ ਨਾ ਡਿਪਟੀ ਮੁੱਖ ਮੰਤਰੀ ਬਣਦਾ ਹੈ। ਫਿਰ 2022 ਦਾ ਚਿਹਰਾ ਕੀ ਨਵਜੋਤ ਸਿੰਘ ਸਿੱਧੂ ਬਣੂਗਾ, ਫਿਰ ਧਿਆਨ ਸਾਰਿਆਂ ਦਾ ਉਸ ਪਾਸੇ ਚਲਿਆ ਜਾਣਾ ਹੈ। ਔਰ ਅਗਰ ਵਕਤ ਰਹਿੰਦੇ ਕਾਂਗਰਸ ਹਾਈ ਕਮਾਂਡ ਨੇ ਫੈਸਲਾ ਨਾ ਕੀਤਾ ਤੇ ਫਿਰ ਇਹ ਵੀ ਹੋ ਸਕਦਾ ਹੈ ਕਿ ਸਿੱਧੂ ਕੋਈ ਨਾ ਕੋਈ ਫੈਸਲਾ ਕਰ ਜੇ। ਇਸ ਕਰਕੇ ਕਾਂਗਰਸ ਦੇ ਵਿੱਚ ਜਿਹੜੀ ਇਹ ਭਿਆਨਕ ਰੌਲਾ ਪਿਆ ਹੋਇਆ ਕਾਂਗਰਸ ਦੇ ਵਿੱਚ,
ਇਹ ਬਹੁਤ ਖਤਰਨਾਕ ਸਥਿਤੀਆਂ ਤੇ ਪਹੁੰਚਿਆ ਹੋਇਆ ਹੈ। ਔਰ ਸੁਨੀਲ ਜਾਖੜ ਦੇ ਅਸਤੀਫੇ ਦੀ ਪੇਸ਼ਕਸ਼ ਨੇ ਪੰਜਾਬ ਦੀ ਕਾਂਗਰਸ 'ਚ ਕਈ ਨਵੇਂ ਸਵਾਲਾਂ ਨੂੰ ਜਨਮ ਦੇ ਦਿੱਤਾ ਹੈ। ਪਰ ਆਉਂਦੇ ਦਿਨਾਂ 'ਚ ਕਾਂਗਰਸ ਨੂੰ ਇਹ ਮਸਲੇ ਨਿਬੇੜਨੇ ਪੈਣਗੇ, ਤਾਂ ਹੀ ਕਾਂਗਰਸ ਦਰੁਸਤ ਹੋ ਕੇ ਚੱਲ ਸਕੇਗੀ। ਬੇਹਿਸਾਬ ਕਰਪਸ਼ਨ ਚੱਲ ਰਹੀ ਹੈ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹ ਗੱਲ ਕੈਪਟਨ ਸਾਹਿਬ ਨੇ, ਰਾਹੁਲ ਗਾਂਧੀ ਨੇ ਜਿਹੜੀ ਕਮੇਟੀ ਬਣਾਈ ਸੀ 3 ਮੈਂਬਰੀ, ਉਸ ਕਮੇਟੀ ਦੇ ਅੱਗੇ ਇੱਕ ਪੂਰਾ ਚਿੱਠਾ ਉਹਨਾਂ ਨੇ ਫੋੜਿਆ ਕਿ ਮੇਰੇ 40 ਐਮਐਲਏ ਤੇ ਵਿਧਾਇਕ, ਕਾਂਗਰਸ ਸਰਕਾਰ ਦੇ 40 ਐਮਐਲਏ ਤੇ ਵਿਧਾਇਕ ਉਹ ਕਰਪਸ਼ਨ ਦੇ ਵਿੱਚ, ਭ੍ਰਿਸ਼ਟਾਚਾਰ 'ਚ ਲਿਪਤ ਨੇ। ਉਹ ਰੇਤ ਮਾਫੀਆ ਤੋਂ ਪੈਸੇ ਕਮਾਉਂਦੇ ਨੇ, ਉਹ ਟਰਾਂਸਪੋਰਟ ਮਾਫੀਆ ਤੋਂ ਪੈਸੇ ਕਮਾਉਂਦੇ ਨੇ, ਉਹ ਕੇਬਲ ਮਾਫੀਆ ਨਾਲ ਅਟੈਚ ਨੇ, ਉਹ ਐਕਸਾਈਜ਼ ਮਾਫੀਆ ਚੋਂ ਪੈਸੇ ਕਮਾਉਂਦੇ ਨੇ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹ ਗੱਲ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਕਹਿ ਰਿਹਾ। ਯਾਨੀ ਕਿ 80 ਦੇ ਟੋਟਲ ਐਮਐਲਏ, 40 ਦੀ ਫਾਈਲ ਕੈਪਟਨ ਅਮਰਿੰਦਰ ਸਿੰਘ ਜਾ ਕੇ ਦਿੱਲੀ ਦਿਖਾਉਂਦੇ ਨੇ। ਇਹਦਾ ਮਤਲਬ 50% ਸਰਕਾਰ ਕਰਪਟ ਹੈ। ਸਾਡੇ ਸੀਐਮ ਸਾਹਿਬ ਮੁਤਾਬਕ ਅਲੀ ਬਾਬਾ 40 ਚੋਰ। ਤੇ ਮੈਂ ਅਲੀ ਬਾਬਾ ਨੂੰ ਕਹਿਣਾ ਚਾਹੁੰਦਾ ਕਿ ਦਿੱਲੀ ਵਾਲੀ ਕਮੇਟੀ ਕੋਲੇ ਉਹ ਜਿਹੜੀ ਕਰਪਸ਼ਨ ਦੀ ਫਾਈਲਾਂ ਦਿਖਾਉਣ ਦਾ ਕੋਈ ਫਾਇਦਾ ਨਹੀਂ। ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਉਹਨਾਂ ਤੇ? ਅਲੀ ਬਾਬਾ ਕੌਣ? ਕੈਪਟਨ ਅਮਰਿੰਦਰ ਸਿੰਘ ਜੀ ਦੇ 40 ਚੋਰ ਨੇ ਨਾਲ। ਦਿੱਲੀ ਫਾਈਲ ਦਿਖਾਉਣ ਦਾ ਕੀ ਫਾਇਦਾ? ਵਿਜੀਲੈਂਸ ਤੁਹਾਡੇ ਕੋਲੇ ਹੈ, ਹੋਰ ਏਜੰਸੀਆਂ, ਜਾਂਚ ਏਜੰਸੀਆਂ ਤੁਹਾਡੇ ਕੋਲੇ ਨੇ, ਤੁਸੀਂ ਨਾਮ ਪਬਲਿਕ ਕਰੋ। ਬਿਲਕੁਲ, ਸੋ ਇਹ ਮਸਲੇ ਪੰਜਾਬ ਦੀ ਕਾਂਗਰਸ ਦੇ ਲਈ ਵੀ ਬਹੁਤ ਜ਼ਰੂਰੀ ਨੇ ਤੇ ਖਾਸ ਕਰਕੇ ਹਾਈ ਕਮਾਂਡ ਦੇ ਲਈ, ਜੇਕਰ 2022 ਦੇ ਵਿੱਚ ਪ੍ਰਦਰਸ਼ਨ ਚੰਗਾ ਕਰਨਾ ਹੈ। ਤੇ ਡਾਲਾ ਸਾਹਿਬ, ਉੱਧਰ ਹੁਣ ਭਾਜਪਾ ਦੀ ਵੀ ਗੱਲ ਕਰਾਂਗੇ। ਭਾਜਪਾ ਦੇ ਵੱਲੋਂ ਵੀ ਇੱਕ ਕਮੇਟੀ ਦਾ ਗਠਨ ਕਿਸਾਨੀ ਮਸਲੇ ਦੀ ਹੱਲ ਲਈ ਕੀਤਾ ਜਾ ਰਿਹਾ ਹੈ। ਹਾਲਾਂਕਿ ਕਿਹਾ ਜਾ ਰਿਹਾ ਕਿ 2022 ਦੀ ਤਿਆਰੀ ਉਲੀਕੀ ਜਾ ਰਹੀ ਹੈ ਇਸ ਦੇ ਬਹਾਨੇ। ਪਰ ਕੀ ਲੱਗਦਾ, ਜੇਕਰ ਨਵੀਂ ਕਮੇਟੀ ਦਾ ਗਠਨ ਹੁੰਦਾ, ਉਹ 'ਚ 3 ਮੈਂਬਰ ਰੱਖੇ ਜਾਂਦੇ ਨੇ, ਕਿਸਾਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ, ਉਸ ਤੋਂ ਬਾਅਦ ਕੇਂਦਰ ਦੇ ਵਿੱਚ ਕੜੀ ਦਾ ਕੰਮ ਕਰਨਾ ਦੋਹਾਂ ਮੀਟਿੰਗਾਂ ਦੇ ਵਿੱਚ, ਇਸ ਦੇ ਨਾਲ ਕੋਈ ਹੱਲ ਕਢਾ ਸਕਦੀ ਹੈ ਪੰਜਾਬ ਭਾਜਪਾ? ਦੇਖੋ, ਕਾਂਗਰਸ ਭਾਜਪਾ ਨੇ ਕਿਹਾ ਕਿ ਅਸੀਂ ਕਮੇਟੀ ਬਣਾਵਾਂਗੇ, ਉਹਦੇ ਪਿੱਛੇ ਵੀ ਕਾਰਨ ਹੈ। ਦੇਖੋ, ਮਾਸਟਰ ਮੋਹਨ ਲਾਲ ਨਾਰਾਜ਼ ਹੋਏ ਪਏ ਨੇ। ਅਨਿਲ ਜੋਸ਼ੀ ਨੇ 15 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਮਾਸਟਰ ਮੋਹਨ ਲਾਲ ਤੇ ਅਨਿਲ ਜੋਸ਼ੀ ਦੋਵੇਂ ਵੱਡੇ ਲੀਡਰ ਨੇ। ਬੀਜੇਪੀ ਕੋਲੇ ਪਹਿਲਾਂ ਹੀ ਉਮੀਦਵਾਰਾਂ ਦੀ ਕਮੀ ਹੈ। ਬੀਜੇਪੀ ਦੇ ਪ੍ਰਭਾਰੀ ਆਏ ਹੋਏ ਨੇ ਪੰਜਾਬ 'ਚ, ਉਹ ਕਹਿੰਦੇ ਅਸੀਂ 117 ਸੀਟਾਂ ਤੇ ਚੋਣਾਂ ਲੜਾਂਗੇ। ਔਰ ਬੀਜੇਪੀ ਕੋਲੇ ਉਸ ਪੱਧਰ ਦੇ ਇਸ ਵਕਤ ਉਮੀਦਵਾਰ ਨਹੀਂ ਹੈ ਜਿਹੜੇ ਜਿੱਤ ਸਕਣ। ਅਗਰ ਬੀਜੇਪੀ ਕਾਂਗਰਸ 'ਚੋਂ ਵੀ ਕਿਸੇ ਨੂੰ ਲੈ ਕੇ ਆਉਂਦੀ ਹੈ ਤੇ ਉਹ ਸਥਿਤੀਆਂ ਨਹੀਂ ਬਣਨੀਆਂ। ਅਕਾਲੀ ਦਲ 'ਚੋਂ ਬੀਜੇਪੀ ਕਿਸੇ ਨੂੰ ਲੈ ਕੇ ਆਉਂਦੀ ਹੈ, ਉਹ ਸਥਿਤੀਆਂ ਨਹੀਂ ਬਣਨੀਆਂ। ਔਰ ਬੀਜੇਪੀ ਦੇ ਲਈ ਜ਼ਰੂਰੀ ਹੈ ਇਸ ਵਕਤ ਪੰਜਾਬ 'ਚ ਪੈਰ ਜਮਾਉਣੇ, ਕਿਉਂਕਿ ਜਦੋਂ ਦਾ ਅਕਾਲੀ ਦਲ ਨਾਲ ਬੀਜੇਪੀ ਦਾ ਸਾਥ ਛੁੱਟਿਆ ਹੈ, 9 ਮਾਸ ਦਾ ਰਿਸ਼ਤਾ ਜਦੋਂ ਦਾ ਟੁੱਟਿਆ ਹੈ, ਔਰ ਬੀਜੇਪੀ ਨੇ ਕਿਸਾਨ ਅੰਦੋਲਨ ਨੂੰ ਹੱਲ ਨਹੀਂ ਕੀਤਾ, ਕਿਸਾਨਾਂ ਦੇ ਮਸਲੇ ਹੱਲ ਨਹੀਂ ਕੀਤੇ, ਬਲਕਿ ਕਿਸਾਨਾਂ ਦੇ ਨਾਲ ਟਕਰਾਅ ਮੁੱਲ ਲੈ ਲਿਆ, ਉਦੋਂ ਦੀ ਪੰਜਾਬ 'ਚ ਬੀਜੇਪੀ ਦੀ ਸਥਿਤੀ ਹੋਰ ਕਮਜ਼ੋਰ ਹੋਈ ਹੈ। ਔਰ ਨਰਿੰਦਰ ਮੋਦੀ ਦੀ ਜਿੰਨੀ ਪੰਜਾਬ 'ਚ ਪ੍ਰਸਿੱਧੀ ਹੋਈ ਸੀ, ਉਨੀ ਪੇਂਡੂ ਖੇਤਰਾਂ 'ਚ, ਕਿਸਾਨੀ ਹਲਕਿਆਂ 'ਚ, ਸ਼ਹਿਰੀ ਹਲਕਿਆਂ 'ਚ ਇਸ ਵਕਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦਾ ਕਿਤੇ ਨਾ ਕਿਤੇ ਲੋਕਾਂ 'ਚ ਉਸ ਤਰ੍ਹਾਂ ਦੀ ਪਸੰਦ ਨਹੀਂ ਰਹੀ ਜਿਹੋ ਜੀ ਪਹਿਲਾਂ ਸੀ। ਪਹਿਲਾਂ ਅੱਖਾਂ ਬੰਦ ਕਰਕੇ ਲੋਕ ਨਰਿੰਦਰ ਮੋਦੀ ਸਾਹਿਬ ਤੇ ਭਰੋਸਾ ਕਰਦੇ ਸੀ ਵੀ ਜੋ ਮੋਦੀ ਸਾਹਿਬ ਨੇ ਕਹਿਤਾ ਉਹ ਕਰਕੇ ਦਿਖਾਉਣਗੇ। ਪਰ ਪਿਛਲੇ ਸਮਿਆਂ 'ਚ ਕੋਵਿਡ ਨੂੰ ਨਜਿੱਠ ਨਹੀਂ ਸਕੇ ਚੰਗੇ ਤਰੀਕੇ ਨਾਲ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਵੱਧ ਗਈਆਂ। ਕਿਸਾਨੀ ਮਸਲਾ ਪ੍ਰਧਾਨ ਮੰਤਰੀ ਸਾਹਿਬ ਨੇ ਹੱਲ ਨਹੀਂ ਕੀਤਾ। ਪੱਛਮੀ ਬੰਗਾਲ 'ਚ ਮਮਤਾ ਬਨਰਜੀ ਤੋਂ ਹਾਰ ਗਏ। ਇਹ ਕੁਝ ਫੈਕਟਰ ਸੀ ਜਿਹਦੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਛਵੀ ਹੈ ਜਿਹੜੀ ਪੋਲੀਟੀਕਲ ਛਵੀ ਹੈ ਜਿਹੜੀ ਉਹ ਕਮਜ਼ੋਰ ਹੋਈ ਹੈ। ਔਰ ਅੱਜ ਬੀਜੇਪੀ ਪੰਜਾਬ 'ਚ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਨਾਂ ਤੇ ਉਸ ਪੋਜੀਸ਼ਨ 'ਚ ਨਹੀਂ ਹੈ ਜਦ ਤੱਕ ਕਿਸਾਨਾਂ ਦੇ ਨਾਲ ਮੋਦੀ ਸਾਹਿਬ ਦਾ ਸਮਝੌਤਾ ਨਹੀਂ ਹੋ ਜਾਂਦਾ ਜਾਂ ਸਰਕਾਰ ਦਾ ਸਮਝੌਤਾ ਨਹੀਂ ਹੋ ਜਾਂਦਾ। ਇਸ ਕਰਕੇ ਮਾਸਟਰ ਮੋਹਨ ਲਾਲ ਔਰ ਅਨਿਲ ਜੋਸ਼ੀ ਵਰਗੇ ਜਿਹੜੇ ਮੰਤਰੀ ਨੇ, ਇਹ ਪਹਿਲਾਂ ਵੀ ਆਵਾਜ਼ ਬੁਲੰਦ ਕਰਦੇ ਰਹੇ ਨੇ ਬੀਜੇਪੀ ਦੇ ਵਿੱਚ ਕਿ ਤੁਸੀਂ ਕਿਸਾਨਾਂ ਦੇ ਨਾਲ ਗੱਲ ਕਰੋ, ਕਿਸਾਨ ਬਹੁਤ ਜ਼ਰੂਰੀ ਨੇ, ਕਿਸਾਨਾਂ ਦਾ ਅੰਦੋਲਨ ਬੀਜੇਪੀ ਦੇ ਲਈ ਨੁਕਸਾਨਦਾਇਕ ਰਹੂਗਾ। ਕਿਉਂਕਿ ਮਾਸਟਰ ਮੋਹਨ ਲਾਲ ਨੂੰ ਅਸੀਂ ਟਕਸਾਲੀ ਬੀਜੇਪੀ ਦਾ ਆਗੂ ਕਹਿ ਸਕਦੇ ਹਾਂ। ਮਾਸਟਰ ਮੋਹਨ ਲਾਲ ਬਹੁਤ ਪੁਰਾਣੇ ਨੇ, ਬਹੁਤ ਤਜਰਬੇਕਾਰ ਨੇ। ਦੂਜੇ ਪਾਸੇ ਅਸ਼ਵਨੀ ਸ਼ਰਮਾ ਜਿਹੜੇ ਹੁਣ ਦੇ ਪ੍ਰਧਾਨ ਨੇ, ਉਹ ਨਵੀਂ ਜਨਰੇਸ਼ਨ 'ਚੋਂ ਕਹਿ ਸਕਦੇ ਹਾਂ, ਉਹਨਾਂ ਕੋਲੇ ਬਹੁਤ ਲੰਮਾ ਸਿਆਸਤ ਦਾ ਤਜਰਬਾ ਨਹੀਂ ਹੈ ਉਮਰ ਦੇ ਹਿਸਾਬ ਦੇ ਨਾਲ। ਔਰ ਦੂਜੇ ਪਾਸੇ ਜਿਹੜੇ ਅਨਿਲ ਜੋਸ਼ੀ ਹੈ,
ਅਨਿਲ ਜੋਸ਼ੀ ਵੀ ਪੁਰਾਣੇ ਸਮਿਆਂ 'ਚ ਬੀਜੇਪੀ ਦੇ ਵੱਖ-ਵੱਖ ਸੰਗਠਨਾਂ ਨਾਲ ਜੁੜੇ ਰਹੇ ਨੇ। 22-23 ਸਾਲ ਦੇ ਅਨਿਲ ਜੋਸ਼ੀ ਬੀਜੇਪੀ ਦੇ ਨਾਲ ਜੁੜੇ ਹੋਏ ਨੇ। ਹੁਣ ਇਹ ਦੋਵੇਂ ਲੀਡਰ ਆਵਾਜ਼ ਕਿਸਾਨਾਂ ਦੀ ਚੱਕਦੇ ਰਹੇ ਨੇ, ਪਰ ਬੀਜੇਪੀ ਨੇ ਇਹਨਾਂ ਦੀ ਆਵਾਜ਼ ਜ਼ਿਆਦਾ ਸੁਣੀ ਨਹੀਂ। ਔਰ ਇਹਨਾਂ ਦੀ ਆਵਾਜ਼, ਕਿਉਂਕਿ ਬੀਜੇਪੀ ਦਾ ਵਿਰੋਧ ਜੰਮ ਕੇ ਹੋ ਰਿਹਾ ਸੀ ਪੰਜਾਬ 'ਚ ਕਿਸਾਨ ਅੰਦੋਲਨ 'ਚ, ਇਹਨਾਂ ਦੀ ਆਵਾਜ਼ ਬਹੁਤ ਜ਼ਿਆਦਾ ਬਾਹਰ ਆਈ ਵੀ ਨਹੀਂ। ਔਰ ਇਹਨਾਂ ਨੇ ਪਹਿਲਾਂ ਸਿਰਫ ਪਾਰਟੀ ਦੇ ਪਲੇਟਫਾਰਮ ਤੇ ਆਪਣੀ ਆਵਾਜ਼ ਚੱਕੀ। ਇਹ ਹੁਣ ਮੀਡੀਆ 'ਚ ਆਏ ਨੇ। ਜਦੋਂ ਮਾਸਟਰ ਮੋਹਨ ਲਾਲ ਤੇ ਅਨਿਲ ਜੋਸ਼ੀ ਮੀਡੀਆ 'ਚ ਆ ਗਏ ਤਾਂ ਬੀਜੇਪੀ ਦੀ ਪੰਜਾਬ ਦੀ ਸਾਰੀ ਲੀਡਰਸ਼ਿਪ ਨੂੰ ਇਹ ਮਹਿਸੂਸ ਹੋਇਆ ਕਿ ਅਗਰ ਇਹ ਲੀਡਰ ਕਿਸੇ ਹੋਰ ਪਾਰਟੀ 'ਚ ਚਲੇ ਗਏ ਤੇ ਸਾਨੂੰ ਬਹੁਤ ਵੱਡਾ ਝਟਕਾ ਲੱਗੂਗਾ। ਉਂਝ ਵੀ ਪੰਜਾਬ 'ਚ ਬੀਜੇਪੀ ਦੇ ਬਹੁਤ ਸਾਰੇ ਲੀਡਰ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਨੇ। ਹੁਣ ਤਾਂ ਗਗਨ ਕਮੇਟੀ ਬਣੀ ਹੈ, ਮਾਸਟਰ ਉਹਦੇ 'ਚ ਮਦਨ ਮੋਹਨ ਮਿੱਤਲ ਨੇ, ਸਾਬਕਾ ਫੂਡ ਐਂਡ ਸਿਵਲ ਸਪਲਾਈ ਮੰਤਰੀ ਨੇ, ਔਰ ਇਹਦੇ ਨਾਲ ਮਦਨ ਮੋਹਨ ਮਿੱਤਲ ਉਹਨਾਂ ਦੇ ਨਾਲ ਅਸ਼ਵਨੀ ਸ਼ਰਮਾ ਨੇ ਕਮੇਟੀ 'ਚ ਇੱਕ ਅੱਧਾ ਮੈਂਬਰ ਹੋਰ ਪਾਉਣਗੇ। ਫਿਰ ਇਹ ਹੁਣ ਕਿਸਾਨਾਂ ਨਾਲ ਮਿਲਣਗੇ, ਕਿਸਾਨਾਂ ਨਾਲ ਰਾਬਤਾ ਬਣਾਉਣਗੇ। ਇਹਨਾਂ ਦੀ ਕੋਸ਼ਿਸ਼ ਇਹ ਹੈ ਵੀ ਅਸੀਂ ਕਿਸਾਨਾਂ ਨਾਲ ਮਿਲ ਕੇ ਰਾਬਤਾ ਬਣਾ ਲਈਏ। ਹਾਂਜੀ ਗਗਨ, ਔਰ ਕਿਸਾਨਾਂ ਨਾਲ ਮਿਲ ਕੇ ਰਾਬਤਾ ਬਣਾ ਕੇ ਅਸੀਂ ਕੇਂਦਰੀ ਸਰਕਾਰ ਕੋਲੇ ਜਾਈਏ ਔਰ ਅਸੀਂ ਵਿੱਚ ਦਾ ਰਾਹ ਕੱਢਣ ਦੀ ਕੋਸ਼ਿਸ਼ ਕਰੀਏ। ਔਰ ਜੇ ਕਿਤੇ ਪੰਜਾਬ ਬੀਜੇਪੀ ਦੇ ਲੀਡਰ ਇਹ ਮਸਲਾ ਹੱਲ ਕਰਾਉਣ 'ਚ ਕਾਮਯਾਬ ਹੋ ਗਏ ਤਾਂ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਖੜੀ ਹੋ ਸਕਦੀ ਹੈ। ਅਗਰ ਕਿਸਾਨਾਂ ਦੇ ਨਾਲ ਕੋਈ ਮਿਲ ਜੁਲ ਕੇ ਸਮਝੌਤੇ ਦਾ ਫਾਰਮੂਲਾ ਬਣ ਜਾਂਦਾ ਹੈ ਜਾਂ ਪੰਜਾਬ ਦੀ ਬੀਜੇਪੀ ਵਾਲੇ ਕੇਂਦਰ ਤੋਂ ਬਿੱਲ ਰੱਦ ਕਰਾਉਣ 'ਚ ਕਾਮਯਾਬ ਹੋ ਗਏ ਕਿਸਾਨਾਂ ਦੇ ਹੱਕ 'ਚ, ਤੇ ਫਿਰ ਪੰਜਾਬ 'ਚ ਬੀਜੇਪੀ ਦਾ ਮਾਹੌਲ ਬਣ ਸਕਦਾ ਹੈ। ਔਰ ਫਿਰ ਬੀਜੇਪੀ ਲਈ ਸਥਿਤੀਆਂ ਉਹੋ ਜਿਹੀਆਂ ਨਹੀਂ ਰਹਿਣੀਆਂ ਜਿਹੋ ਜਿਹੀਆਂ ਅੱਜ ਬਣੀਆਂ ਨੇ, ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਬੀਜੇਪੀ ਦਾ ਵਿਰੋਧ ਬਹੁਤ ਹੋਇਆ। ਔਰ ਦੂਸਰਾ, ਤੁਸੀਂ ਦੇਖੋ ਰਕੇਸ਼ ਟਕੈਤ ਮਮਤਾ ਬਨਰਜੀ ਨਾਲ ਮੀਟਿੰਗ ਕਰ ਗਏ ਪੱਛਮੀ ਬੰਗਾਲ 'ਚ। ਰਕੇਸ਼ ਟਕੈਤ ਉਹਨਾਂ ਦੀ ਪੱਛਮੀ ਬੰਗਾਲ 'ਚ ਮਮਤਾ ਬਨਰਜੀ ਨਾਲ ਮੀਟਿੰਗ ਦਾ ਮਤਲਬ ਇਹ ਹੈ ਕਿ ਮਮਤਾ ਬਨਰਜੀ ਵੀ 2022 ਦੀਆਂ ਚੋਣਾਂ 'ਚ ਪੰਜਾਬ 'ਚ ਆ ਸਕਦੇ ਨੇ ਔਰ ਉਹਦੇ ਨਾਲ ਬੀਜੇਪੀ ਦਾ ਵਿਰੋਧ ਹੋਰ ਜ਼ਿਆਦਾ ਵੱਧ ਸਕਦਾ ਹੈ। ਔਰ ਕਿਸਾਨ ਸ਼ਰੇਆਮ ਕਹਿ ਰਹੇ ਨੇ ਪੰਜਾਬ 'ਚ ਕਿ ਬੀਜੇਪੀ ਨੂੰ ਵੋਟ ਨਹੀਂ ਪਾਉਣੀ, ਹੋਰ ਜਿਹਨੂੰ ਮਰਜ਼ੀ ਪਾਓ। ਉਹਨਾਂ ਪੱਛਮੀ ਬੰਗਾਲ 'ਚ ਵੀ ਸ਼ਰੇਆਮ ਕਿਹਾ ਕਿ ਤੁਸੀਂ ਬੀਜੇਪੀ ਨੂੰ ਵੋਟ ਨਾ ਪਾਓ, ਹੋਰ ਜਿਹੜੀ ਮਰਜ਼ੀ ਪਾਰਟੀ ਨੂੰ ਵੋਟ ਪਾਓ। ਇਸ ਕਰਕੇ ਪੰਜਾਬ ਦੇ ਬੀਜੇਪੀ ਦੇ ਲੀਡਰ, ਅਗਰ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਪੰਜਾਬ 'ਚ ਸਿਆਸਤ ਕਰਨੀ ਹੈ, ਪੰਜਾਬ 'ਚ ਬੀਜੇਪੀ ਦਾ ਭਵਿੱਖ ਬਰਕਰਾਰ ਰੱਖਣਾ ਹੈ, ਤੇ ਸਾਨੂੰ ਕਿਸਾਨਾਂ ਦੀ ਗੱਲ ਕਰਨੀ ਪੈਣੀ ਹੈ। ਇਸ ਕਮੇਟੀ ਬਣਾਉਣ ਦੇ ਫੈਸਲੇ ਦਾ ਮੈਂ ਸਵਾਗਤ ਕਰਦਾ। ਇਹ ਕਮੇਟੀ ਦਾ ਐਲਾਨ ਕਦੋਂ ਹੋਣਾ ਉਸ ਦਿਨ ਦਾ ਇੰਤਜ਼ਾਰ ਰਹੂਗਾ। ਔਰ ਜ਼ਰੂਰ ਕਿਸਾਨਾਂ ਨੂੰ ਪੰਜਾਬ ਦੀ ਬੀਜੇਪੀ ਦੇ ਲੀਡਰਾਂ ਦੀ ਕਮੇਟੀ ਦੇ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਹੈ। ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ ਕਿ ਅਸੀਂ ਸਿਰਫ ਕੇਂਦਰ ਨਾਲ ਗੱਲ ਕਰਾਂਗੇ। ਸੂਬੇ ਦੇ ਲੀਡਰਾਂ ਦੇ ਨਾਲ, ਅਗਰ ਸੂਬੇ ਦੇ ਲੀਡਰ ਇੱਕ ਕੜੀ ਬਣਦੇ ਨੇ ਗਗਨ, ਉਹਦੇ ਨਾਲ ਬਹੁਤ ਫਾਇਦਾ ਹੋ ਸਕਦਾ। आज तक की स्थिति में हम 117 सीटों पे चुनाव लड़ेंगे, पूरी सीटों पे चुनाव लड़ेंगे और भारतीय जनता पार्टी की सरकार बनाएंगे। मतलब गठबंधन नहीं होगा। 117 सीटों पे लड़ेंगे और भारतीय जनता पार्टी की सरकार बनेगी। हमेशा हम दौरे पर रहते हैं। अभी पिछले हफ्ते मैं भी गया था। आदरणीय सुधांशु सिंह जी राष्ट्रीय उपाध्यक्ष हैं, वो भी, उन पर भी पंजाब की जिम्मेदारी, वो भी गए हैं। और अभी हम पंजाब वालों को बुलाकर बात करके चर्चा करके आने वाला पूरा रोड मैप बनाएंगे चुनाव का, और उस प्रकार से हमारे सारे नेतागण सभी लोग पंजाब में जाएंगे। पंजाब ही नहीं, चुनाव हर हमारे सामने चुनौती होता है और हमारा सबसे बड़ा कार्यकर्ता, छोटे से छोटे कार्यकर्ता, हम एक कार्यकर्ता के रूप में काम करते हैं। सर इस बार चुनौती बीजेपी से है या कांग्रेस से या अकाली दल से, क्योंकि आपका सहयोगी रहा है अकाली दल? हमारी किसी से भी कोई चुनौती नहीं है। हमारी चुनौती से है, उससे है कि जो आज पंजाब को गड्ढे में डाला गया है, नशा से चुनौती है। नशा मुक्त हमें पंजाब को करना है। हमारी चुनौती है जो कोरोना पीड़ा के अंदर जो वहाँ पे लोगों की शहादत हुई है, उनके घरों में सुख शांति को कैसे पहुँचे। ਬਿਲਕੁਲ ਡੱਲਾ ਸਾਹਿਬ, ਕੋਈ ਕੀ ਲੱਗਦਾ ਹੈ ਕਿਸ ਤਰ੍ਹਾਂ ਦਾ ਫਾਰਮੂਲਾ ਜਿਹੜਾ ਉੱਥੇ ਪੇਸ਼ ਕੀਤਾ ਜਾ ਸਕਦਾ ਹੈ? ਬੇਸ਼ੱਕ ਕਿਸਾਨ ਕਿਸਾਨ ਆਪਣੀ ਗੱਲ ਰੱਖਣਗੇ ਜਾਂ ਫਿਰ ਪੰਜਾਬ ਭਾਜਪਾ ਜੇਕਰ ਕੇਂਦਰ ਨੂੰ ਨਾਲ ਲਾਉਣ ਦੀ ਕੋਸ਼ਿਸ਼ ਕਰੂਗੀ, ਕਿਹੋ ਜਿਹੇ ਫਾਰਮੂਲੇ ਦੇ ਉੱਤੇ ਗੱਲਬਾਤ ਹੋ ਸਕਦੀ ਹੈ? ਦੇਖੋ, ਜਦੋਂ ਕਮੇਟੀ ਬਣੂਗੀ, ਕਮੇਟੀ ਕਿਸਾਨਾਂ ਨਾਲ ਜਦੋਂ ਗੱਲ ਕਰੂਗੀ, ਸਭ ਤੋਂ ਪਹਿਲਾਂ ਤਾਂ ਕਮੇਟੀ ਕਿਸਾਨਾਂ ਤੋਂ ਪੁੱਛੂਗੀ ਤੁਸੀਂ ਕੀ ਚਾਹੁੰਦੇ ਹੋ। ਔਰ ਕਿਸਾਨ ਕਹਿੰਦੇ ਅਸੀਂ ਰਿਪੀਲ ਤੋਂ ਬਿਨਾਂ ਕੁਝ ਨਹੀਂ ਚਾਹੁੰਦੇ, ਅਸੀਂ ਕਾਨੂੰਨ ਰੱਦ ਕਰਨ ਤੋਂ ਇਲਾਵਾ ਕੁਝ ਨਹੀਂ ਚਾਹੁੰਦੇ। ਇਹਦਾ ਮਤਲਬ ਹੈ ਕਿ ਪੰਜਾਬ ਦੀ ਲੀਡਰਸ਼ਿਪ ਦੇ ਨਾਲ ਵੀ ਕਿਸਾਨਾਂ ਨੇ ਇਹੋ ਗੱਲ ਕਹਿਣੀ ਹੈ। ਹੁਣ ਪੰਜਾਬ ਦੇ ਲੀਡਰਾਂ ਨੂੰ ਕੇਂਦਰ ਦੀ ਸਰਕਾਰ ਨੂੰ ਸਹਿਮਤ ਕਰਨਾ ਪਊਗਾ ਵੀ ਪੰਜਾਬ ਦੇ ਕਿਸਾਨਾਂ ਦੀ ਬਿੱਲ ਰੱਦ ਕਰਨ ਦੀ ਮੰਗ ਕਿਉਂ ਜਾਇਜ਼ ਹੈ। ਔਰ ਅਗਰ ਪੰਜਾਬ ਦੀ ਲੀਡਰਸ਼ਿਪ ਬੀਜੇਪੀ ਦੀ ਕੇਂਦਰ ਨੂੰ ਇਹ ਸਮਝਾਉਣ 'ਚ ਕਾਮਯਾਬ ਹੋਗੀ ਔਰ ਕੇਂਦਰ ਦੀ ਸਰਕਾਰ ਨੇ ਅਗਰ ਇਹ ਤੋਹਫਾ ਦੇਤਾ ਬਿੱਲ ਰੱਦ ਕਰਨ ਦਾ, ਫਿਰ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਦੀ ਬੱਲੇ ਬੱਲੇ ਹੋ ਜਾਣੀ ਹੈ। ਔਰ ਦੇਖੋ, ਕੋਵਿਡ ਦੀਆਂ ਸਥਿਤੀਆਂ ਨੇ, ਆਰਥਿਕਤਾ ਮੁਲਕ ਦੀ ਤਬਾਹ ਹੋ ਰਹੀ ਹੈ। ਇਹ ਸਾਰੀਆਂ ਚੀਜ਼ਾਂ ਨੂੰ ਆਧਾਰ ਬਣਾ ਕੇ ਵੀ ਬੀਜੇਪੀ ਦੀ ਸਰਕਾਰ ਕਾਨੂੰਨ ਰੱਦ ਕਰ ਸਕਦੀ ਹੈ। ਔਰ ਦੂਸਰੀ ਗੱਲ, ਅਗਰ ਕਾਨੂੰਨ ਰੱਦ ਨਹੀਂ ਕਰਨੇ, ਸਰਕਾਰ ਨੇ ਪਹਿਲਾਂ ਹੀ ਕਿਹਾ ਸੀ ਕਿ ਅਸੀਂ 1.5 ਸਾਲ ਲਈ ਮੁਲਤਵੀ ਕਰਦੇ ਹਾਂ। 2022 ਤੱਕ ਬੀਜੇਪੀ ਮੁਲਤਵੀ ਕਰ ਲਈ ਔਰ ਬੀਜੇਪੀ 2024 ਤੱਕ ਮੁਲਤਵੀ ਕਰ ਦੇ ਬੀਜੇਪੀ। ਔਰ 2024 'ਚ ਜੋ ਨਤੀਜਾ ਆਏਗਾ
ਬੀਜੇਪੀ ਉਹਨੂੰ ਲੋਕ ਰਾਏ ਦੇ ਤੌਰ ਤੇ ਦੇਖ ਲੇ। ਅਗਰ 2024 ਚ ਫਿਰ ਬੀਜੇਪੀ ਦੀ ਸਰਕਾਰ ਆ ਗਈ, ਕਿਸਾਨਾਂ ਨੂੰ ਵੀ ਇਹਦੇ ਲਈ ਸਹਿਮਤੀ ਦੇਣੀ ਪੈਣੀ ਹੈ ਕਿ ਕੀ ਕਿਸਾਨ ਇਸ ਗੱਲ ਨੂੰ ਸਹਿਮਤ ਹੁੰਦੇ ਬੀਜੇਪੀ ਨਾਲ ਵੀ ਅਸੀਂ ਇਹਨੂੰ 2024 ਤੱਕ ਟਾਲ ਦਿੰਦੇ ਹਾਂ, 1.5 ਸਾਲ ਨਹੀਂ, ਅਸੀਂ 2024 ਤੱਕ ਟਾਲ ਦਿੰਦੇ ਹਾਂ। ਕੀ ਤੁਸੀਂ ਚੋਣਾਂ ਨੂੰ ਇਹ ਗੱਲ ਦੇ ਰੂਪ ਚ ਮੰਨੋਗੇ ਵੀ ਜੇ ਬੀਜੇਪੀ ਜਿੱਤ ਕੇ ਆ ਗਈ ਤਾਂ ਇਹਦਾ ਮਤਲਬ ਹੈ ਕਿਸਾਨਾਂ ਦਾ ਸਮਰਥਨ ਹੈ? ਕਿਉਂਕਿ ਜੇ ਸਾਡਾ ਮੁਲਕ 70% ਕਿਸਾਨੀ ਵਾਲਾ ਹੈ ਗਗਨ, ਤੇ ਫਿਰ 70% ਵੋਟਰ ਵੀ ਤਾਂ ਨੇ ਨਾ। ਹੁਣ ਅਗਰ 2024 ਚ ਬੀਜੇਪੀ ਵਾਪਸ ਆ ਗਈ, ਫਿਰ ਇਹਦਾ ਮਤਲਬ ਇਹ ਮੰਨਿਆ ਜਾਵੇ ਕਿ ਕਿਸਾਨਾਂ ਨੇ ਮਨਜ਼ੂਰੀ ਦੇਤੀ ਬਹੁ ਗਿਣਤੀ ਦੇਸ਼ ਤੇ, ਔਰ ਅਗਰ ਬੀਜੇਪੀ ਨਹੀਂ ਆਉਂਦੀ ਇਹਦਾ ਮਤਲਬ ਹੈ ਕਿਸਾਨਾਂ ਨੇ ਕਾਨੂੰਨ ਰੱਦ ਕਰਤੇ। ਸੋ ਕੋਈ ਇਹੋ ਜਿਹਾ ਫਾਰਮੂਲਾ ਵੀ ਕੱਢਿਆ ਜਾ ਸਕਦਾ ਜਿਹਦੇ ਨਾਲ ਬੀਜੇਪੀ ਦੀ ਵੀ ਸਿਆਸੀ ਇੱਜ਼ਤ ਬਚੇ, ਬੀਜੇਪੀ ਨੂੰ ਇਹ ਨਾ ਲੱਗੇ ਕਿ ਸਾਡੀ ਸਿਆਸੀ ਪਿੱਠ ਲਵਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਸੋ ਕਿਸੇ ਸਮਝੌਤੇ ਤੇ ਇਸੇ ਤਰੀਕੇ ਪਹੁੰਚਿਆ ਜਾ ਸਕਦਾ ਹੈ ਕਿ ਦੋਹਾਂ ਧਿਰਾਂ ਦੀ ਗੱਲ ਰਹਿ ਜੇ। ਜੀ ਬਿਲਕੁਲ। ਸੋ ਇਹ ਜ਼ਰੂਰ ਹੈ ਕਿ ਹੁਣ ਇਸ ਮਸਲੇ ਨੂੰ ਸੁਲਝਾਉਣ ਦੇ ਵੱਲ ਜ਼ਰੂਰ ਜਿਹੜੀ ਭਾਜਪਾ ਵਧੇਗੀ। ਤੇ ਡੱਲਾ ਸਾਹਿਬ, ਉਧਰ ਭਾਜਪਾ ਦੀ ਸਾਬਕਾ ਭਾਈਵਾਲ ਪਾਰਟੀ ਰਹੀ, ਹੁਣ ਇੱਕ ਨਵੇਂ ਰਿਸ਼ਤੇ ਦੇ ਤੌਰ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਉੱਭਰ ਸਕਦੇ ਨੇ, ਅੱਜ ਪ੍ਰੈਸ ਕਾਨਫਰੰਸ ਕਰ ਸਕਦੇ ਨੇ। ਗੱਲ ਅਕਾਲੀ ਦਲ ਦੀ ਤੇ ਬੀਐਸਪੀ ਦੀ ਹੋ ਰਹੀ ਹੈ ਕਿ ਇੱਕ ਨਵਾਂ ਗੱਠਜੋੜ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਉਤਰਨ ਜਾ ਰਿਹਾ। ਕੀ ਲੱਗਦਾ ਹੈ ਕਿੰਨਾ ਕੁ ਫਰਕ ਇਸ ਦੇ ਨਾਲ ਅਕਾਲੀ ਦਲ ਨੂੰ ਮਿਲ ਸਕਦਾ? ਗਗਨ, ਇੱਕ ਬਹੁਤ ਵੱਡਾ ਪੰਜਾਬ 'ਚ ਸਿਆਸੀ ਬਦਲਾਅ ਹੋਣ ਜਾ ਰਿਹਾ ਹੈ, ਔਰ ਮੈਨੂੰ ਇਹ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਨੂੰ ਔਰ ਕਾਂਗਰਸ ਨੂੰ ਇਹ ਇੱਕ ਬਹੁਤ ਵੱਡਾ ਝਟਕਾ ਦਿੱਤਾ। ਔਰ ਇਹ ਝਟਕਾ ਮੈਂ ਸ਼੍ਰੋਮਣੀ ਅਕਾਲੀ ਦਲ ਨੇ ਨਹੀਂ ਕਹਿੰਦਾ ਵੀ ਦਿੱਤਾ, ਅਗਰ ਗੱਠਜੋੜ ਦਾ ਅੱਜ ਐਲਾਨ ਹੁੰਦਾ ਤਾਂ, ਕਿਉਂਕਿ ਇਹ ਮੰਨਿਆ ਜਾ ਰਿਹਾ ਕਿ ਅੱਜ ਐਲਾਨ ਹੋ ਜਾਣਾ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਮਝੌਤੇ ਦਾ ਐਲਾਨ ਹੋਣਾ ਹੈ। ਮੈਂ ਇਹ ਕਹੂੰਗਾ ਕਿ ਬਹੁਜਨ ਸਮਾਜ ਪਾਰਟੀ ਨੇ ਇੱਕ ਬਹੁਤ ਵੱਡਾ ਝਟਕਾ ਕਾਂਗਰਸ ਨੂੰ, ਬੀਜੇਪੀ ਨੂੰ ਤੇ ਆਮ ਆਦਮੀ ਪਾਰਟੀ ਨੂੰ ਦੇ ਦੇਣਾ ਹੈ। ਉਹ ਕਿਉਂ? ਬੀਜੇਪੀ ਕਹਿ ਰਹੀ ਹੈ ਅਸੀਂ ਦਲਿਤ ਚਿਹਰਾ ਅੱਗੇ ਲੈ ਕੇ ਆਵਾਂਗੇ, ਆਮ ਆਦਮੀ ਪਾਰਟੀ ਕਹਿ ਰਹੀ ਹੈ ਅਸੀਂ ਵੀ ਦਲਿਤ ਚਿਹਰਾ ਅੱਗੇ ਲੈ ਕੇ ਆਵਾਂਗੇ, ਪਿਛਲੀ ਵਾਰੀ ਕਿਹਾ ਸੀ ਅਸੀਂ ਡਿਪਟੀ ਮੁੱਖ ਮੰਤਰੀ ਲੈ ਕੇ ਆਵਾਂਗੇ। ਕਾਂਗਰਸ ਵੀ ਦਲਿਤ ਚਿਹਰੇ ਨੂੰ ਅੱਗੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਔਰ ਜਦੋਂ ਦਲਿਤ ਭਾਈਚਾਰੇ ਦੇ ਹੱਕਾਂ ਲਈ, ਉਹਨਾਂ ਦੇ ਵਿਕਾਸ ਲਈ, ਹੋਰ ਸਿਆਸੀ ਔਰ ਸਮਾਜਿਕ ਇਨਸਾਫ ਲਈ ਇੱਕ ਗੱਲ ਤੁਰਨੀ ਹੈ ਪੰਜਾਬ 'ਚ, ਤੇ ਉਹਦੇ ਵਿੱਚ ਬਹੁਜਨ ਸਮਾਜ ਪਾਰਟੀ ਸਿਆਸੀ ਤੌਰ ਤੇ ਆਪਣੇ ਆਪ ਨੂੰ ਮਜ਼ਬੂਤ ਕਰਨ 'ਚ ਕਾਮਯਾਬ ਰਹੂਗੀ। ਮੈਨੂੰ ਇਹ ਲੱਗਦਾ ਹੈ ਕਿ ਅਕਾਲੀ ਦਲ ਦਾ ਫਾਇਦਾ ਕਿੰਨਾ ਹੁੰਦਾ ਹੈ ਕਿੰਨਾ ਨਹੀਂ ਹੁੰਦਾ ਇਹ ਵਕਤ ਦੱਸੂਗਾ, ਕਿਉਂਕਿ ਅਕਾਲੀ ਦਲ ਦੀਆਂ ਸਥਿਤੀਆਂ ਵੱਖਰੀਆਂ ਨੇ। ਅਕਾਲੀ ਦਲ ਨਾਲ ਨਾਰਾਜ਼ਗੀ ਵੱਖਰੀ ਹੈ, ਫਾਇਦਾ ਹੋਊਗਾ ਅਕਾਲੀ ਦਲ ਨੂੰ, ਪਰ ਉਹ ਕਿੰਨਾ ਹੁੰਦਾ ਉਹ ਗੱਲ ਮੈਂ ਬਾਅਦ 'ਚ ਕਰਦਾ। ਪਰ ਬਹੁਜਨ ਸਮਾਜ ਪਾਰਟੀ ਨੂੰ ਫਾਇਦਾ ਜ਼ਰੂਰ ਹੋਊਗਾ। ਦੇਖੋ, ਇਸ ਸਮੇਂ ਬਹੁਜਨ ਸਮਾਜ ਪਾਰਟੀ ਦਾ ਪੰਜਾਬ 'ਚ ਵਿਧਾਇਕ ਨਹੀਂ ਹੈ। ਅਕਾਲੀ ਦਲ ਦੇ ਨਾਲ ਜੁੜਨ ਨਾਲ ਕੋਈ ਦੋ ਰਾਏ ਨਹੀਂ ਹੈ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਇੱਕ ਸਿਆਸੀ ਤਾਕਤ ਬਣੇਗੀ। ਜਦੋਂ ਬੀਜੇਪੀ ਅਕਾਲੀ ਦਲ ਦੇ ਨਾਲ ਸੀ, ਬੀਜੇਪੀ ਵੀ ਸਿਆਸੀ ਤਾਕਤ ਬਣੀ ਹੈ ਅਕਾਲੀ ਦਲ ਦੇ ਨਾਲ ਹੋਣ ਕਰਕੇ, ਪਰ ਅੱਜ ਅਕਾਲੀ ਦਲ ਦੀਆਂ ਉਹ ਸਥਿਤੀਆਂ ਨਹੀਂ ਹੈ। ਪਰ ਬਹੁਜਨ ਸਮਾਜ ਪਾਰਟੀ ਦਾ ਵੋਟ ਬੈਂਕ ਹੈ ਜਿਹੜਾ ਸੰਗਠਿਤ ਨਹੀਂ ਸੀ। ਅਗਰ ਬਹੁਜਨ ਸਮਾਜ ਪਾਰਟੀ ਅਕਾਲੀ ਦਲ ਨਾਲ ਗਠਬੰਧਨ ਕਰਦੀ ਹੈ ਤੇ ਸਾਡਾ ਜਿਹੜਾ ਬਹੁਜਨ ਸਮਾਜ ਸਾਡਾ ਭਾਈਚਾਰਾ ਹੈ ਇਹ ਇੱਕ ਸੰਗਠਿਤ ਹੋਣ ਦੀ ਤਾਕਤ ਸਮਰੱਥਾ ਰੱਖਦਾ ਹੈ, ਔਰ ਉਹਦੇ ਨਾਲ ਇਹਨਾਂ ਨੂੰ ਇਹ ਲੱਗੂਗਾ ਕਿ ਭਾਵੇਂ ਅਸੀਂ ਸਾਂਝੇ ਤੌਰ ਤੇ ਅਕਾਲੀ ਦਲ ਨਾਲ ਲੜ ਰਹੇ ਹਾਂ, ਪਰ ਹੁਣ ਬਹੁਜਨ ਸਮਾਜ ਪਾਰਟੀ ਦੀਆਂ, ਬੀਐਸਪੀ ਦੀਆਂ ਸਾਨੂੰ ਸੀਟਾਂ ਆਉਣ ਦੀ ਉਮੀਦ ਹੈ। ਗਗਨ, ਜਦੋਂ ਕਿਸੇ ਉਮੀਦਵਾਰ ਦੇ ਜਿੱਤਣ ਦੀ ਉਮੀਦ ਬਣ ਜੇ ਨਾ ਵੀ ਇਹ ਉਮੀਦਵਾਰ ਜਿੱਤ ਸਕਦਾ ਹੈ, ਤੇ ਫਿਰ ਗਠਬੰਧਨ ਦੇ ਵਿੱਚ ਸੀਟ ਜਿੱਤੀ ਜਾਂਦੀ ਹੈ। ਔਰ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਦਾ ਗਠਬੰਧਨ ਹੈ ਜਿਹੜਾ, ਮੈਨੂੰ ਇਹ ਲੱਗਦਾ ਹੈ ਕਿ 17-18 ਸੀਟਾਂ ਬਹੁਜਨ ਸਮਾਜ ਪਾਰਟੀ ਨੂੰ ਛੱਡੀਆਂ ਜਾ ਸਕਦੀਆਂ, ਜਾਂ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਦਾ ਗਠਬੰਧਨ ਉਸੇ ਤਰੀਕੇ ਨਾਲ ਚੱਲ ਸਕਦਾ ਹੈ ਜਿਵੇਂ ਅਕਾਲੀ ਦਲ ਔਰ ਬੀਜੇਪੀ ਦਾ ਸੀ। ਹੋ ਸਕਦਾ ਬਹੁਜਨ ਸਮਾਜ ਪਾਰਟੀ ਨੂੰ ਅਕਾਲੀ ਦਲ 24 ਸੀਟਾਂ ਦੇ ਦੇ, ਹੋ ਸਕਦਾ 18-19 ਸੀਟਾਂ ਤੇ ਸਮਝੌਤਾ ਹੋ ਜੇ। ਇਹ ਅੱਜ ਜਦੋਂ ਐਲਾਨ ਕਰਨਾ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਇਹ ਉਦੋਂ ਸਥਿਤੀਆਂ ਸਾਫ਼ ਹੋਣਗੀਆਂ। ਪਰ ਪੰਜਾਬ 'ਚ ਬਹੁਜਨ ਸਮਾਜ ਪਾਰਟੀ ਸੰਗਠਿਤ ਪਾਰਟੀ ਦੇ ਰੂਪ 'ਚ ਉੱਭਰੂਗੀ, ਔਰ ਬਹੁਜਨ ਸਮਾਜ ਪਾਰਟੀ ਨੂੰ ਤਾਕਤ ਮਿਲੂਗੀ, ਔਰ ਬਹੁਜਨ ਸਮਾਜ ਪਾਰਟੀ ਹਰ ਰੂਪ 'ਚ ਇਸ ਵਾਰ ਵਿਧਾਨ ਸਭਾ 'ਚ ਪਹੁੰਚੂਗੀ ਅਗਰ ਅਕਾਲੀ ਦਲ ਨਾਲ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਹੋ ਜਾਂਦਾ ਹੈ। ਔਰ ਦੂਸਰਾ, ਜਿਹੜੀਆਂ ਪਾਰਟੀਆਂ ਸਿਰਫ ਇਸ ਏਜੰਡੇ ਤੇ ਹੈ ਕਿ ਅਸੀਂ ਬਹੁਜਨ ਸਮਾਜ 'ਚੋਂ ਕਿਸੇ ਭਾਈਚਾਰੇ ਦੇ ਚਿਹਰੇ ਨੂੰ ਅੱਗੇ ਲਿਆ ਕੇ ਆਪਣੇ ਪੋਲੀਟੀਕਲ ਹਿੱਤ ਸਾਧ ਲਾਂਗੇ, ਉਹ ਇੱਕ ਮੁਕਾਬਲਾ ਹੋ ਜਾਣਾ ਹੈ। ਉਹਦੇ ਨਾਲ ਦਲਿਤ ਭਾਈਚਾਰੇ ਦੀ ਵੋਟ ਵੰਡੀ ਵੀ ਜਾਊਗੀ, ਔਰ ਦਲਿਤ ਭਾਈਚਾਰੇ ਦੀ ਵੋਟ ਬਹੁਜਨ ਸਮਾਜ ਪਾਰਟੀ ਨੂੰ ਕਿੰਨੀ ਪੈਂਦੀ ਹੈ, ਕਾਂਗਰਸ ਨੂੰ ਕਿੰਨੀ ਪੈਂਦੀ ਹੈ, ਆਪ ਨੂੰ ਕਿੰਨੀ ਪੈਂਦੀ ਹੈ, ਅਕਾਲੀ ਦਲ ਨੂੰ ਕਿੰਨੀ ਪੈਂਦੀ ਹੈ, ਉਹ ਭਵਿੱਖ ਦੱਸੂਗਾ। ਪਰ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਜਿੱਥੇ ਜਿੱਥੇ ਖੜਨਗੇ ਉੱਥੇ ਉੱਥੇ ਤਾਕਤ ਮਿਲੂਗੀ। ਹੁਣ ਗੱਲ ਆ ਗਈ ਅਕਾਲੀ ਦਲ ਦੀ। ਦੇਖੋ, ਅਕਾਲੀ ਦਲ ਨੂੰ ਬਹੁਜਨ ਸਮਾਜ ਪਾਰਟੀ ਦਾ ਵੋਟ ਪਰਸੈਂਟੇਜ ਪੰਜਾਬ ਦੇ ਹਰ ਸੀਟ ਤੇ ਹੈ,
ਔਰ ਕੁੱਲ ਪੰਜਾਬ 'ਚ ਕਿਹਾ ਜਾਂਦਾ ਹੈ ਕਿ 30 ਤੋਂ 34% ਜਿਹੜੇ ਪੰਜਾਬ 'ਚ ਵੋਟ ਬੈਂਕ ਹੈ ਉਹ ਦਲਿਤ ਭਾਈਚਾਰੇ ਦਾ, 30% ਤਾਂ ਆਮ ਕਿਹਾ ਜਾਂਦਾ ਹੈ। ਔਰ 33-34 ਹਲਕੇ ਵੀ ਆ ਪੰਜਾਬ ਦੇ ਗਗਨ, ਸਾਡੇ 34 ਹਲਕੇ ਹੈ ਜਿਹੜੇ ਰਿਜ਼ਰਵ ਨੇ, ਜਿਹੜੇ ਰਾਖਵੇਂ ਨੇ। ਹੁਣ ਉਹਨਾਂ 34 ਹਲਕਿਆਂ ਦੇ ਵਿੱਚ ਅਕਾਲੀ ਦਲ ਦਾ ਆਪਣਾ ਵੀ ਦਲਿਤ ਭਾਈਚਾਰੇ ਨਾਲ ਸੰਬੰਧਿਤ ਕਾਡਰ ਹੈ, ਵਿੰਗ ਹੈ। ਜਿਹੜੇ ਸੁਖਬੀਰ ਬਾਦਲ ਗਏ ਸੀ ਰੈਲੀ ਕਰਨ ਸਰਹੱਦ ਤੇ, ਉੱਥੇ ਅਕਾਲੀ ਦਲ ਦੇ ਵੀ ਲੀਡਰ ਨੇ ਦਲਿਤ ਭਾਈਚਾਰੇ ਦੇ, ਜਿਨ੍ਹਾਂ ਨੇ ਰੈਲੀ ਵੀ ਕੀਤੀ ਸੀ ਸਰਹੱਦ ਤੇ। ਹੁਣ ਅਕਾਲੀ ਦਲ ਦਾ ਆਪਣਾ ਐਸਸੀ ਵਿੰਗ ਹੈ। ਹੁਣ ਜਦੋਂ ਬਸਪਾ ਨਾਲ ਸਮਝੌਤਾ ਹੋਊਗਾ, ਇਹਨਾਂ 34 ਸੀਟਾਂ 'ਚੋਂ ਜਿੰਨੀਆਂ ਸੀਟਾਂ ਤਾਂ ਚਲੀਆਂ ਗਈਆਂ ਬਸਪਾ, ਉੱਥੇ ਅਕਾਲੀ ਦਲ ਦਾ ਵੋਟ ਬੈਂਕ ਬਸਪਾ ਨੂੰ ਭੁਗਤ ਜੂਗਾ ਕਾਫੀ ਹੱਦ ਤੱਕ, ਕਿਉਂਕਿ ਜਿਹੜਾ ਕਮਿਟਡ ਵੋਟ ਬੈਂਕ ਹੁੰਦਾ ਹੈ, ਜਿਹੜਾ ਪੱਕਾ ਵੋਟ ਬੈਂਕ ਹੁੰਦਾ ਹੈ, ਜਿਹੜਾ ਪੱਕਾ ਬਹੁਜਨ ਸਮਾਜ ਪਾਰਟੀ ਦਾ ਵੋਟ ਬੈਂਕ ਹੈ, ਕਮਿਟਡ ਵੋਟ ਬੈਂਕ ਹੈ ਬਹੁਜਨ ਸਮਾਜ ਪਾਰਟੀ ਦਾ, ਉਹ ਇਹਨਾਂ 34 ਸੀਟਾਂ ਤੇ ਤਾਂ ਭੁਗਤੂਗਾ, ਪੰਜਾਬ ਦੀਆਂ ਬਾਕੀ ਸੀਟਾਂ ਤੇ ਅਕਾਲੀ ਦਲ ਨੂੰ ਭੁਗਤੂਗਾ। ਸੋ ਜਿਵੇਂ ਬੀਜੇਪੀ ਬਾਰੇ ਗੱਲ ਹੁੰਦੀ ਸੀ ਨਾ, ਜਿਹੜਾ ਬੀਜੇਪੀ ਦਾ ਕਾਡਰ ਹੈ, ਜਿਹੜਾ ਬੀਜੇਪੀ ਦਾ ਮੈਂਬਰ ਹੈ, ਬੀਜੇਪੀ ਦਾ ਪੱਕਾ ਵੋਟ ਬੈਂਕ ਹੈ, ਉਹ ਅਕਾਲੀ ਦਲ ਨੂੰ ਪੈ ਜਾਂਦਾ ਸੀ ਕਾਫੀ ਹੱਦ ਤੱਕ। ਹਾਲਾਂਕਿ ਸ਼ਹਿਰਾਂ 'ਚ ਕਈ ਵਾਰੀ ਵੰਡਿਆ ਜਾਂਦਾ ਸੀ ਉਹ, ਕਿਉਂਕਿ ਉਹ ਗੈਰ ਸਿੱਖ ਭਾਈਚਾਰੇ ਦਾ ਵੋਟ ਬੈਂਕ ਸੀ, ਉਹ ਕਾਂਗਰਸ ਨੂੰ ਵੀ ਪੈ ਜਾਂਦਾ ਸੀ ਕਈ ਵਾਰੀ। ਪਰ ਸਾਡੇ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਵੋਟ ਬੈਂਕ ਹੈ ਉਹ ਅਕਾਲੀ ਦਲ ਨੂੰ, ਅਕਾਲੀ ਦਲ ਦੀਆਂ ਸੀਟਾਂ ਤੇ ਪਊ, ਔਰ ਬਹੁਜਨ ਸਮਾਜ ਪਾਰਟੀ ਦੇ ਜਿੱਥੇ ਉਮੀਦਵਾਰ ਖੜਨਗੇ ਉੱਥੇ ਅਕਾਲੀ ਦਲ ਦਾ ਕਮਿਟਡ ਵੋਟ ਬੈਂਕ ਬਹੁਜਨ ਸਮਾਜ ਪਾਰਟੀ ਨੂੰ ਪਊ। ਦੇਖੋ ਨਤੀਜਾ ਕਿਸ ਰੂਪ 'ਚ, ਇਹ ਵੋਟ ਬੈਂਕ ਇਸ ਵਕਤ ਦਲਿਤ ਭਾਈਚਾਰੇ ਦਾ ਕਮਿਟਡ ਵੋਟ ਬੈਂਕ ਬਸਪਾ ਦਾ ਕਿੰਨਾ ਹੈ, ਮਤਲਬ ਬਸਪਾ ਦਾ ਆਪਣਾ ਵੋਟ ਬੈਂਕ ਇਸ ਵਕਤ ਕਿੰਨੇ ਪਰਸੈਂਟ ਹੈ? 5% ਹੈ, 6% ਹੈ, 3% ਹੈ, 2% ਹੈ। ਇਹ ਪਰਸੈਂਟੇਜ ਜਿਹੜੀਆਂ 2022 ਦੀਆਂ ਚੋਣਾਂ ਹੋਣਗੀਆਂ ਉਸ ਤੋਂ ਬਾਅਦ ਤੈਅ ਹੋਏਗਾ ਕਿ ਅੱਜ ਪੰਜਾਬ 'ਚ ਬਸਪਾ ਦੀ ਸਥਿਤੀ ਕਿੰਨੀ ਹੈ, ਕਿਉਂਕਿ ਬਹੁਜਨ ਸਮਾਜ ਪਾਰਟੀ ਪਿਛਲੇ ਸਮਿਆਂ ਦੇ ਵਿੱਚ ਪੰਜਾਬ 'ਚ ਸੱਤਾ ਦੇ ਵਿੱਚ ਨਹੀਂ ਆ ਸਕੀ, ਔਰ ਵਿਧਾਨ ਸਭਾ ਦੇ ਵਿੱਚ ਵੀ ਕੋਈ ਬਹੁਤੀ ਜ਼ਿਆਦਾ ਨੁਮਾਇੰਦਗੀ ਨਹੀਂ ਆ ਸਕੀ। ਇਸ ਕਰਕੇ ਫਰਕ ਜ਼ਰੂਰ ਪਊਗਾ ਅਕਾਲੀ ਦਲ ਨੂੰ। ਅਕਾਲੀ ਦਲ ਨੂੰ ਇੱਕ ਤਾਕਤ ਜ਼ਰੂਰ ਮਿਲੂਗੀ, ਔਰ ਸ਼੍ਰੋਮਣੀ ਅਕਾਲੀ ਦਲ ਘੱਟੋ ਘੱਟ ਆਮ ਆਦਮੀ ਪਾਰਟੀ, ਕਾਂਗਰਸ ਔਰ ਬੀਜੇਪੀ ਨਾਲ ਆਪਣੇ ਆਪ ਨੂੰ ਮੁਕਾਬਲੇ 'ਚ ਰੱਖ ਕੇ ਅੱਗੇ ਵਧੂਗਾ। ਪਰ ਇਸ ਦੇ ਬਾਵਜੂਦ ਅਕਾਲੀ ਦਲ ਦੇ ਜਿਹੜੇ ਚੈਲੰਜ ਨੇ ਉਹ ਖਤਮ ਨਹੀਂ ਹੋਣੇ, ਕਿਉਂਕਿ ਅਕਾਲੀ ਦਲ ਔਰ ਕਾਂਗਰਸ, ਇਹਨਾਂ ਦੋਵੇਂ ਸਰਕਾਰਾਂ ਨੇ ਬੇਅਦਬੀਆਂ ਦੇ, ਕੋਟਕਪੁਰਾ ਦੇ, ਬਰਗਾੜੀ ਦੇ ਇਨਸਾਫ ਨਹੀਂ ਦਿੱਤੇ। ਉਹ ਜਿਹੜਾ ਸਵਾਲ ਹੈ ਉਹ ਖੜਾ ਰਹਿਣਾ ਦੋਨਾਂ ਸਰਕਾਰਾਂ ਤੇ। ਦੇਖੋ ਕਾਂਗਰਸ ਤੇ ਪਹਿਲਾਂ 84 ਦਾ ਸੀ, ਜਿਹੜਾ ਕਦੀ ਨਹੀਂ ਮਿਟ ਸਕਦਾ। ਜਿਹੜਾ ਹੁਣ ਇਨਸਾਫ ਨਾ ਦੇਣ ਦਾ ਜਿਹੜਾ ਦਾਗ ਹੈ ਉਹ ਦੋਵਾਂ ਤੇ ਹੈ, ਉਹ ਸੂਬੇ ਦੀ ਕਾਂਗਰਸ ਤੇ ਵੀ ਹੈ ਔਰ ਅਕਾਲੀ ਦਲ ਤੇ ਵੀ ਹੈ, ਉਹ ਕਦੀ ਨਹੀਂ ਮਿਟਣਾ। ਕਿਉਂਕਿ ਅਗਰ ਅਕਾਲੀ ਦਲ ਇਨਸਾਫ ਦੇ ਜਾਂਦਾ ਤੇ ਲੋਕਾਂ ਦੇ ਮਨ ਸ਼ਾਂਤ ਹੁੰਦੇ, ਕਾਂਗਰਸ ਇਨਸਾਫ ਦੇ ਦਿੰਦੀ, ਲੋਕਾਂ ਨੂੰ ਤਸੱਲੀ ਹੁੰਦੀ ਵੀ ਇਨਸਾਫ ਮਿਲ ਗਿਆ। ਹੁਣ ਨਾ ਕਾਂਗਰਸ ਇਨਸਾਫ ਦੇ ਸਕੀ, ਨਾ ਅਕਾਲੀ ਦਲ ਨੇ ਦਿੱਤਾ। ਇਸ ਕਰਕੇ ਦੋਵੇਂ ਪਾਰਟੀਆਂ ਕਿਤੇ ਨਾ ਕਿਤੇ ਘਾਟੇ ਵਿੱਚ ਤਾਂ ਰਹਿਣਗੀਆਂ। ਉਹ ਘਾਟਾ ਕਿੰਨਾ ਹੁੰਦਾ ਅਕਾਲੀ ਦਲ ਨੂੰ, ਇਹਦਾ ਵੀ ਫੈਸਲਾ 2022 ਦੇ ਨਤੀਜੇ 'ਚ ਹੋਊਗਾ, ਕਿਉਂਕਿ ਇਹ ਚੀਜ਼ਾਂ ਚੋਣ ਸਰਵੇਖਣਾਂ 'ਚ ਨਹੀਂ ਆਉਣੀਆਂ। ਗਗਨ, ਕਿਸੇ ਦੇ ਮਨ 'ਚ ਬੇਅਦਬੀ ਦਾ ਇਨਸਾਫ ਨਾ ਮਿਲਣ ਦਾ ਕਿੰਨਾ ਰੋਸ ਹੈ, ਹੋ ਸਕਦਾ ਉਹ ਵਿਅਕਤੀ ਕਿਸੇ ਚੋਣ ਸਰਵੇਖਣ 'ਚ ਨਾ ਦੱਸੇ, ਪਰ ਉਹ ਵੋਟ ਵਾਲੀ ਮਸ਼ੀਨ ਤੇ ਦੱਸੂ। ਇਸ ਕਰਕੇ ਪੰਜਾਬ 'ਚ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਦੇ ਗਠਬੰਧਨ ਦਾ ਬਸਪਾ ਨੂੰ ਫਾਇਦਾ ਹੋਊਗਾ। ਅਕਾਲੀ ਦਲ ਨੂੰ ਕਿੰਨਾ ਹੋਊਗਾ, ਇਸ ਗੱਲ ਦਾ ਫੈਸਲਾ ਹੋਣਾ ਹੈ 2022 ਦੇ ਨਤੀਜੇ ਦੇ ਨਾਲ, ਕਿਉਂਕਿ ਅਕਾਲੀ ਦਲ ਕਈ ਪਾਸਿਓਂ ਘਿਰਿਆ ਹੋਇਆ ਮੇਰੀ ਨਜ਼ਰ 'ਚ, ਇਹ ਮੇਰੇ ਆਂਕਲਨ ਨੇ ਜੀ। ਬਿਲਕੁਲ, ਸੋ ਇਹ ਜ਼ਰੂਰ ਹੈ ਕਿ ਭਾਜਪਾ ਦੀ ਕਮੀ ਕਿਤੇ ਨਾ ਕਿਤੇ ਜਿਹੜੀ ਅਕਾਲੀ ਦਲ ਨੂੰ ਜ਼ਰੂਰ ਪੂਰੀ ਹੋ ਜਾਏਗੀ, ਕਿਉਂਕਿ 6% ਦੇ 7% ਦੇ ਕਰੀਬ ਜਿਹੜਾ ਵੋਟ ਬੈਂਕ ਅਕਾਲੀ ਦਲ ਨੂੰ ਭਾਜਪਾ ਦਾ ਭੁਗਤਾ ਸੀ, ਉਸੇ ਕਰੀਬ ਜਿਹੜਾ ਵੋਟ ਬੈਂਕ ਬਸਪਾ ਦਾ ਵੀ ਪੰਜਾਬ ਦੇ ਵਿੱਚ ਨਹੀਂ। ਪਰ ਸਵਾਲ ਇਹ ਹੈ, ਮੰਨਿਆ ਇਹ ਜਾਂਦਾ ਕਿ ਇੰਨਾ ਕੁ ਵੋਟ ਬੈਂਕ ਹੈ, ਲੇਕਿਨ ਉਹ ਪਤਾ ਲੱਗੂਗਾ 2022 ਤੋਂ ਬਾਅਦ ਕਿ ਹੁਣ ਬਸਪਾ ਦਾ ਵੋਟ ਬੈਂਕ ਕਿੰਨਾ। ਦੇਖੋ ਜਿਹੜੀ ਸਥਿਤੀ ਹੈ ਬਸਪਾ ਦੇ ਨਾਲ ਅਕਾਲੀ ਦਲ ਦੀ, ਇਹ ਇੱਕ ਨਵਾਂ ਗੱਠਜੋੜ ਹੈ, ਇਹਦਾ ਸਿਆਸੀ ਅਸਰ, ਸਮਾਜਿਕ ਅਸਰ, ਪੋਲੀਟੀਕਲ ਅਸਰ, ਇਹ ਸਮਝਣ ਨੂੰ ਵਕਤ ਲੱਗੂਗਾ। ਬਿਲਕੁਲ। ਸੋ ਵੇਖਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੁੰਦਾ ਹੈ, ਕਿ ਜਦੋਂ ਅੱਜ ਸੁਖਬੀਰ ਸਿੰਘ ਬਾਦਲ ਇਹ ਖਾਸ ਤੌਰ ਦੇ ਉੱਤੇ ਅਫੀਸ਼ੀਅਲ ਤੌਰ ਦੇ ਉੱਤੇ ਇਸ ਗੱਠਜੋੜ ਦਾ ਐਲਾਨ ਕਰਦੇ ਨੇ, ਤਾਂ ਉਸ ਦਰਮਿਆਨ ਨੂੰ ਕੀ ਵੱਡੇ ਐਲਾਨ ਕਰਦੇ ਨੇ, ਕੀ ਬਸਪਾ ਦੇ ਵਿੱਚੋਂ ਕਿਸੇ ਉਪ ਮੁੱਖ ਮੰਤਰੀ ਦੇ ਚਿਹਰੇ ਨੂੰ ਵੀ ਅੱਜ ਪੇਸ਼ ਕੀਤਾ ਜਾਂਦਾ ਜਾਂ ਨਹੀਂ, ਇਹ ਬਹੁਤ ਵੱਡੇ ਸਵਾਲ ਰਹਿਣਗੇ। ਡੱਲਾ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ ਜੀ।
आज हमने एमएसपी पे डबल रेटों की बात की, एमएसपी पे ऊंचे रेटों पे हमने उनका सामान कर दिया। मंडियाँ खत्म नहीं हुई, एमएसपी खत्म नहीं हुई है, लेकिन जो लोग किसान के पर्दे के अंदर आंदोलन कर रहे हैं उनकी मंशा खाली एक राजनीतिक प्रेरित मुझे लगती है, और वो रहेगी। अब किसान तीनों बिल भी वापसी ले लोगे तब भी इन्होंने विरोध करना ही करना है, और नहीं तो आंदोलन होते हैं, आंदोलन बहुत देखे, हर आंदोलन के बीच में कोई ना कोई रास्ता निकलता है, बैठ के बात करते हैं, चर्चाएँ करते हैं, और जो अच्छा होता है। और अभी तक तो हमने देखा है 11-12 बैठकें कृषि मंत्री जी ने की है, और उनके साथ बैठकों में जो विषय इन्होंने लिए हैं अधिकतर विषय माने गए हैं। और इसके अंदर भी एमएसपी की बात की थी, एमएसपी पे आज भी हम खरीद कर रहे हैं, जैसे एमएसपी पहले चलती थी वैसे आज भी चल रही है। लेकिन वो चाहते नहीं, हल चाहते नहीं है, नहीं हल चाहते तो बैठते बात करते, 2 कदम वो चलते 2 कदम हम चलते, तो कोई ना कोई हल निकलता। ये अच्छी बात है। भारतीय जनता पार्टी और भारतीय जनता पार्टी से जुड़े हुए सारे कार्यकर्ता यही चाहते हैं कि इसका हल निकले, कोई बुरी बात नहीं है, और हम भी उनका स्वागत करते हैं, वो भी चाहते हैं, हम भी चाहते हैं। और हमारे यहीं एक फ़र्ज़ है कि हम आपस में बैठ के बात कर लेते हैं, अपने विचारों को रख लेते हैं, और दलों की तरह हम सड़कों पे बात नहीं करते। तो उनकी बातों पे विचार किया जाएगा, सोचेंगे, और वो सारे सुझाव हम पहुँचा रहे हैं वहाँ पर। अध्यक्ष को लेकर भी सवाल खड़े कर रहे हैं सर। मेरे पास ऐसी कोई बात नहीं है, आएगी तो मैं बात करूँ। वैसे ਤਾਂ ਸਰਕਾਰ ਬਿਲਕੁਲ ਅੰਨੀ ਹੋ ਚੁੱਕੀ ਆ, ਬੋਲੀ ਹੋ ਚੁੱਕੀ ਆ। ਇਹਦੇ ਨਾਲ ਲੋਕਾਂ ਦਾ ਜਿਹੜਾ ਲੋਕ ਇਕੱਠੇ ਹੋ ਰਹੇ ਜਿਹੜੀ ਸਰਕਾਰ ਦੇ, ਉਹ ਸਭ ਤੋਂ ਵੱਡਾ ਅਸਰ ਆ। ਇਹ ਨਹੀਂ ਵੀ ਕਾਂਗਰਸ ਪਾਰਟੀ ਅੱਜ ਆਮ ਆਦਮੀ ਆਮ ਲੋਕਾਂ ਦੇ ਨਾਲ ਅੱਜ ਕਾਂਗਰਸ ਪਾਰਟੀ ਖੜੀ ਆ, ਇਹ ਗੱਲ ਵੱਡੀ ਆ। ਸਰਕਾਰ ਨੇ ਤਾਂ ਜੋ ਕਰਨਾ ਹੀ ਕਰੀ ਜਾਣਾ, ਕਿਉਂਕਿ ਉਹ ਤਾਂ ਬਾਹਰ ਨਿਕਲਦੇ ਨਾ, ਉਹਨਾਂ ਨੂੰ ਪਤਾ ਵੀ ਬਾਹਰ ਕੀ ਹੋ ਰਿਹਾ। ਉਹ ਤਾਂ ਵੈਸਟ ਬੰਗਾਲ ਦੀ ਇਲੈਕਸ਼ਨ ਤੋਂ ਬਾਅਦ ਬਿਲਕੁਲ ਹੀ ਅੰਦਰ ਵੜ ਗਏ, ਚਾਹੇ ਨੱਡਾ ਸਾਹਿਬ ਨੇ, ਚਾਹੇ ਕੋਈ ਵੀ ਮੰਤਰੀ ਆ, ਉਹ ਤਾਂ ਨਿਕਲੇ ਹੀ ਨਹੀਂ। ਉਹ ਸ਼ਰਮਸਾਰ ਨਾ, ਉਹਨਾਂ ਨੂੰ ਪਤਾ ਸੜਕਾਂ 'ਤੇ ਕੀ ਹੋ ਰਿਹਾ। ਪਰ ਇਹਦੇ ਨਾਲ ਲੋਕ ਜਿਹੜੇ ਮਾਰੇ ਜਾ ਰਹੇ, ਲੋਕ ਜਿਹੜੇ ਕੁੱਟੇ ਜਾ ਰਹੇ ਆ, ਉਹਨਾਂ ਦੇ ਨਾਲ ਅਸੀਂ ਇੱਕ ਸਹਾਰਾ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਕੋਈ ਗੱਲ ਨਹੀਂ, ਜਦੋਂ ਸਾਡੀ ਵਾਰੀ ਆ ਗਈ, ਜਿਵੇਂ ਪਹਿਲਾਂ ਯੂਪੀਏ ਦੇ ਵਿੱਚ ਕਦੇ ਰੇਟ ਇਸ ਤਰੀਕੇ ਨਾਲ ਵਧਣ ਨਹੀਂ ਦਿੱਤੇ ਸੀ, ਜਿੱਦਣ ਸ਼੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ ਦੀ ਸਰਕਾਰ ਬਣੇਗੀ, ਉਦੋਂ ਇਹ ਰੇਟ ਤੇ ਇਹ ਲੁਟੇਰਿਆਂ ਨੂੰ, ਸਭ ਨੂੰ ਲੋਕਾਂ ਦਾ ਪੈਸਾ ਜਿਹੜਾ ਇਹਨਾਂ ਦੇ ਢਿੱਡਾਂ 'ਚੋਂ ਕੱਢਿਆ ਜਾਊਗਾ। देखिए, रसोई का जो है, रसोई तो बिल्कुल आम परिवार की कहे या मध्यम वर्गीय परिवार की कहे, या जो ये देश की या दिल्ली की जो सबसे निचले तबके की जनता और मध्यम वर्ग की सारी रसोई पे इसका अच्छा खासा असर पड़ा है। और ये जो सरकार है, चाहे वो केंद्र की मोदी सरकार हो या दिल्ली की केजरीवाल सरकार हो, ये दोनों ही सूट बूट की सरकार है, दोनों ही जुमलेबाज है। दोनों ने जो जनता को ठगने का काम किया है। आप देख रहे हैं जिस तरीके से तेल की कीमतों में लगातार वृद्धि हो रही है। दिल्ली में सरकार चाहे, केंद्र सरकार और राज्य सरकार, तो वो टैक्स कम कर सकते हैं, लेकिन नहीं। पंजाब भाजपा के नेता ये कह रहे हैं कि असी किसानों को नाल लैके ते दिल्ली केंद्र सरकार नाल, भाजपा की सरकार नाल गल करांगे। भाई उहदे लई तां किन्ने दौर दी गल्लां हो चुकियां ते इह तां है नहीं भी उन्हां नूं कोई समझ ना लगी होवे, दिल्ली सरकार नूं समझ ना लगी होवे। वो सब समझे हुए है, और ये ड्रामेबाजी है। चलो जाण नूं चले भी जाणगे तुहाडे नाल, अगर मोदी सरकार नहीं मानती तो फिर की तुसीं आपदे भाजपा तो इस्तीफा देओगे? ये सिर्फ गल्लां करके टाइम टपाउण वाली गल नहीं है। सीरीयस होके सारी भाजपा जाके दिल्ली बैठो, प्रधानमंत्री नरेंद्र मोदी के बारे च बैठो, अमित शाह के बारे च बैठो, नरेंद्र तोमर के बारे च बैठो, तो उन्होंने तो हल करा के लियाओ, फिर होना है। ये एवें अखबारी गल्लां करदियां, टाइम टपाउण वाली गल्लां करदियां, इन्हां दा हुण समां नहीं रहा। ਅਸੀਂ ਪੁੱਛਿਆ ਸੀ ਵਿੱਤ ਮੰਤਰੀ ਸਾਹਿਬ, ਸਾਨੂੰ ਇਹ ਦੱਸੋ ਡਿਗਰੀਆਂ ਨਹੀਂ ਮਿਲ ਰਹੀਆਂ। ਤੇਰੇ ਵਿੱਤ ਮੰਤਰੀ ਨੇ ਸਾਡੇ ਤੋਂ 3 ਦਿਨ ਦਾ ਸਮਾਂ ਲਿਆ ਸੀ, ਉਸ ਗੱਲ ਨੂੰ 3 ਮਹੀਨੇ ਹੋ ਗਏ, ਤੇ ਹੁਣ ਅੱਜ ਤੇਰੇ ਵਿੱਤ ਮੰਤਰੀ ਨੇ ਇੱਕ ਨਵਾਂ ਲਾਰਾ ਲਾਤਾ ਪਿੱਛੇ ਤੁਸੀਂ ਕਿ ਅਸੀਂ ਜਲਦੀ ਤੋਂ ਜਲਦੀ ਫੰਡ ਰਿਲੀਜ਼ ਕਰਾਂਗੇ। ਕੈਪਟਨ ਸਾਹਿਬ, ਵਾਅਦੇ ਤਾਂ ਤੁਹਾਡੇ 4 ਸਾਲਾਂ ਤੋਂ ਸੁਣਨੇ ਆ, ਹੁਣ ਤਾਂ ਇਹ ਦੱਸੋ ਤਰੀਕ ਤੇ ਸਮਾਂ, क्योंकि 2 लाख बच्चे का भविख दाव ते लग्या होया।